नाल मनुख नूं दसना करते ने भी संसार ते आके ये मनुख ने की कीता है ते वाहिगुरू ने संसार किस तरह दे नाल बनाया, वो सुनो प्रेम दे नाल। धन गुरु तेग बहादुर महाराज अपने पावन शब्द दे विच इस तरह संसार नूं कथन करते हैं। रचना राम ने बनाई साधो, रचना राम ने, 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 एक बिन एक अस्थिर मान, 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 आचरज लखया न जाई साधो, रचना राम ने, रचना राम ने बनाई साधो, रचना राम ने, रचना राम ने बनाई साधो, रचना राम ने, रचना राम ने बनाई साधो, रचना राम ने, रचना राम ने, रचना राम ने बनाई साधो, रचना राम ने। धन गुरु तेग बहादुर महाराज जी का पावन बचन है, साधो रचना राम बनाई। ये जिहड़ा संसार है मात लोक है, 84 लाख दे विच जून है, ये सारी रचना नदियां नाले पहाड़ बनस्पति जो जो भी आप वेख रहे हैं, ये सारी रचना का मालक राम परमात्मा भगवान परमेश्वर है। ये सारी रचना उस परमात्मा ने रची है। तो कहते याद रखो, ये जिहड़ा शरीर रूपी भांडा मिलिया, ये इस रचना दे विचों एक दिन ये बिनसेगा। कदों बिनसेगा, कित्थे किवें, ये वाहिगुरू आप जानदा है। आपां जितनी संगत बैठे हैं नहीं पता ना,
ਆਪਣੇ ਖੇਤ ਦਾ ਆਪਾਂ ਨੂੰ ਪਤਾ ਹੈ, ਆਪਣੀ ਡਿਊਟੀ ਦਾ, ਦਫ਼ਤਰ ਦਾ ਆਪਾਂ ਨੂੰ ਪਤਾ ਹੈ, ਸਕੂਲ ਕਾਲਜ ਦਾ ਪਤਾ ਹੈ, ਆਪਣੇ ਕੰਮਾਂ ਧੰਦਿਆਂ ਦਾ ਪਤਾ ਹੈ। ਪਰ ਇਹ ਸਰੀਰ ਦਾ ਅਖੀਰਲਾ ਸਵਾਸ ਕਦੋਂ ਤੇ ਕਿੱਥੇ ਹੋਵੇਗਾ ਤੇ ਕਿਵੇਂ ਹੋਵੇਗਾ, ਇਹ ਨਹੀਂ ਕਿਸੇ ਨੂੰ ਪਤਾ। ਇਹ ਵਾਹਿਗੁਰੂ ਨੇ ਗੁਪਤ ਰਾਜ ਰੱਖਿਆ ਹੋਇਆ ਹੈ। ਆਪ ਜਾਣਦਾ ਵਾਹਿਗੁਰੂ ਕਦੋਂ ਕਿਸੇ ਨੂੰ ਭੇਜਣਾ, ਕਦੋਂ ਸੱਦਣਾ ਹੈ। ਸੋ ਇਸ ਕਰਕੇ ਜਿਹੜਾ ਕੱਲ੍ਹ ਦਿਨ ਲੰਘ ਗਿਆ ਆਪਣਾ, ਅੱਜ ਵਾਲਾ ਦਿਨ ਆਪਾਂ ਨੂੰ ਮਿਲਿਆ ਨਾ, ਅੱਜ ਆਪਾਂ ਬੈਠੇ ਹਾਂ, ਇਹ ਬੋਨਸ ਹੈ ਆਪਣੇ ਵਾਸਤੇ। ਆਪਾਂ ਰਾਤ ਸੁੱਤੇ ਹਾਂ ਸਾਰੇ, ਵਾਹਿਗੁਰੂ ਕਿਰਪਾ ਕਰੇ ਸਾਰੇ ਸੁਖੀ ਸੁਖੀ ਸੌਣ, ਸੁਖੀ ਸੁਖੀ ਜਿਹੜਾ ਹੈਗਾ ਉੱਠਣ, ਸਭ ਦੇ ਘਰਾਂ ਵਿੱਚ ਖੁਸ਼ੀਆਂ ਹੋਣ। ਪਰ ਐਸਾ ਨਾਮੁਮਕਿਨ ਹੈ। ਹਰ ਕੋਈ ਖੁਸ਼ੀ ਦੇ ਨਾਲ ਨਹੀਂ ਸੌਂ ਸਕਦਾ, ਹਰ ਕੋਈ ਖੁਸ਼ੀ ਦੇ ਨਾਲ ਉੱਠ ਨਹੀਂ ਸਕਦਾ, ਹਰ ਇੱਕ ਦੇ ਘਰ ਵਿੱਚ ਖੁਸ਼ੀਆਂ ਹੈ ਨਹੀਂ। ਕੁਝ ਹੀ ਚੀਜ਼ਾਂ ਨੇ ਜਿਹੜੀਆਂ ਆਪਾਂ ਮੁੱਲ ਨੂੰ ਖਰੀਦ ਲੈਂਦੇ ਹਾਂ। ਖੁਸ਼ੀ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ, ਤੰਦਰੁਸਤੀ ਵੀ ਪੈਸੇ ਨਾਲ ਨਹੀਂ ਮਿਲਦੀ। ਤੇ ਸਾਧ ਸੰਗਤ, ਇਹ ਚੀਜ਼ਾਂ ਜਿਹੜਾ ਅੱਜ ਦਿਨ ਹੈ ਆਪਣਾ, ਕੱਲ੍ਹ ਵਾਲਾ ਜਿਹੜਾ ਦਿਨ ਆਉਣਾ ਹੈ ਨਾ, ਆਪਾਂ ਰਾਤ ਨੂੰ ਸੌਂ ਜਾਂਦੇ ਹਾਂ ਸਾਰੇ, ਬਸ ਉਹ ਬੋਨਸ ਸਮਝੋ ਵੀ ਆਪਾਂ ਨੂੰ ਬੋਨਸ ਦਿੱਤਾ ਹੈ ਪ੍ਰਮਾਤਮਾ ਨੇ। ਕਿਉਂ? ਬਹੁਤ ਲੋਕ ਨੇ ਜਿਹੜੇ ਰਾਤ ਨੂੰ ਸੁੱਤੇ, ਸਵੇਰ ਵੇਲੇ ਘਰ ਵਾਲੀ ਜਾਂਦੀ ਹੈ, ਪਤਨੀ ਜਾਂਦੀ ਹੈ, ਲਓ ਜੀ ਉੱਠੋ, ਦਿਨ ਚੜ੍ਹ ਗਿਆ, ਇਸ਼ਨਾਨ ਕਰੋ, ਚਾਹ ਪਾਣੀ ਪੀਓ, ਬੋਲੀ ਨਹੀਂ ਗੁਰਮੁਖੋ, ਬੋਲੀ ਨਹੀਂ, ਸੁੱਤੇ ਹੀ ਰਹਿ ਗਿਆ। ਇੱਕ ਇੱਕ ਪਿੰਡ ਦੀਆਂ ਦੋ ਦੋ ਘਟਨਾਵਾਂ ਤਾਂ ਇਹ ਪੱਕੀਆਂ ਨੇ। ਕਹਿੰਦੇ ਕੀ ਹੋ ਗਿਆ ਫਲਾਣੇ ਦੇ ਘਰ? ਕਹਿੰਦੇ ਪਤਾ ਨਹੀਂ, ਰਾਤ ਸੁੱਤਾ ਖਾ ਪੀ ਕੇ, ਸਵੇਰੇ ਜਦੋਂ ਜਗਾਉਣ ਵਾਸਤੇ ਗਏ, ਉਹ ਤਾਂ ਸਦਾ ਦੀ ਨੀਂਦ ਵਿੱਚ ਸੌਂ ਗਿਆ, ਮੇਰਾ ਨਹੀਂ ਬੁਲਾਇਆ ਬੋਲਿਆ, ਨਹੀਂ ਬੋਲਦੇ। ਸੋ ਇਹ ਬੋਨਸ ਹੈ। ਇਹ ਜਿਹੜਾ ਬੋਨਸ ਆਪਾਂ ਨੂੰ ਮਿਲਿਆ, ਫਿਰ ਉਹਦੀ ਸੰਭਾਲ ਨਹੀਂ ਕਰਨੀ ਚਾਹੀਦੀ। ਬਸ ਇਹੋ ਹੀ ਸਿੱਖਣਾ ਆਪਾਂ ਗੁਰੂ ਦੀ ਹਜ਼ੂਰੀ ਵਿੱਚੋਂ। ਜਿਹੜੀ ਇੱਕ ਤਾਂ ਪੂੰਜੀ ਹੈਗੀ ਪੈਸਿਆਂ ਦੀ ਪੂੰਜੀ, ਮਾਇਆ ਧਨ, ਇਹ ਪੂੰਜੀ ਹੈ। ਤੇ ਇੱਕ ਪੂੰਜੀ ਹੈ ਸਵਾਸਾਂ ਦੀ। ਜਿਵੇਂ ਆਪਾਂ ਮਾਇਆ ਨੂੰ ਵੇਖ ਵੇਖ ਕੇ ਵਰਤਦੇ ਹਾਂ, ਹਾਏ ਘਟ ਨਾ ਜਾਵੇ, ਮੁੱਕ ਨਾ ਜਾਵੇ, ਉਵੇਂ ਸਵਾਸਾਂ ਦੀ ਪੂੰਜੀ ਨੂੰ ਵੀ ਉਸੇ ਤਰ੍ਹਾਂ ਸਾਨੂੰ ਵੇਖਣਾ ਚਾਹੀਦਾ, ਵਿਚਾਰਨਾ ਚਾਹੀਦਾ ਤੇ ਵਰਤਣਾ ਚਾਹੀਦਾ। ਮਹਾਰਾਜ ਜੀ ਨੇ ਕਹਿ ਦਿੱਤਾ, ਕਹਿੰਦੇ ਇਹ ਨਹੀਂ ਵਿਚਾਰਦਾ, ਮਾਇਆ ਨੂੰ, ਧਨ ਨੂੰ ਬੜੀ ਗੌਰ ਨਾਲ ਵੇਖਦਾ, ਕਿੰਨੀ ਕੁ ਖਰਚੀ ਗਈ, ਕਿੰਨੀ ਕੁ ਘਟ ਗਈ, ਕਿੰਨਾ ਕੁ ਕੈਸ਼ ਪਿਆ। ਪਰ ਸਤਿਗੁਰੂ ਜੀ ਕਹਿੰਦੇ ਸਵਾਸਾਂ ਦੀ ਪੂੰਜੀ ਵੱਲ ਕੋਈ ਬਿਰਲੀਆਂ ਰੂਹਾਂ, ਜਾਗੀਆਂ ਰੂਹਾਂ, ਜਿਨ੍ਹਾਂ ਤੇ ਗੁਰੂ ਦਾ ਮਿਹਰ ਦਾ ਹੱਥ ਹੋ ਗਿਆ, ਉਹ ਵੇਖਦੇ ਨੇ ਵੀ ਹੁਣ ਤਾਂ ਅੱਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ। ਉਹਨਾਂ ਨੂੰ ਪਤਾ ਲੱਗਦਾ, ਦੇਖ ਫਰੀਦਾ ਜੇ ਥੀਆ, ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ। ਉਹ ਇਸ ਚੀਜ਼ ਨੂੰ ਵੇਖਦੇ ਨੇ ਵੀ ਹੁਣ ਜਿਹੜਾ ਇਹ ਸਰੀਰ ਦਾ ਪੜਾਅ ਨਾ, ਇਹ ਹੁਣ ਸ਼ਮਸ਼ਾਨ ਘਾਟ ਵਾਲੇ ਪਾਸੇ ਨੂੰ ਵੱਧਦਾ ਜਾ ਰਿਹਾ, ਪਤਾ ਨਹੀਂ ਕਿਹੜੇ ਵੇਲੇ ਸੱਦਾ ਆ ਜਾਵੇ। ਪਰ ਸਤਿਗੁਰੂ ਜੀ ਕਹਿੰਦੇ ਬਹੁਤੀ ਦੁਨੀਆ ਇਸ ਗੱਲ ਦੀ ਵਿਚਾਰ ਨਹੀਂ ਕਰਦੀ। ਅਚੇਤ ਮੂੜਾ, ਮੂਰਖ ਗਾਫਲ, ਅਚੇਤ ਅਗਿਆਨੀ, ਨਾ ਜਾਣੰਤ, ਕਹਿੰਦੇ ਇਸ ਗੱਲ ਨੂੰ ਜਾਣਦੇ ਹੀ ਨਹੀਂ। ਕਿਸ ਗੱਲ ਨੂੰ? ਘਟੰਤ ਸਾਸਾ ਨਿਤ ਪ੍ਰਤੇ। ਕਹਿੰਦੇ ਇਹ ਸਰੀਰ ਦੇ ਵਿੱਚੋਂ ਔਧ ਘਟੈ, ਦਿਨਸ ਰਹਿਣ ਆਰੇ, ਮਨ ਗੁਰਮਿਲ ਕਾਜ ਸਵਾਰੇ। ਇਹ ਸਰੀਰ ਦੇ ਵਿੱਚੋਂ ਜਿਵੇਂ ਘਰ ਦੇ ਵਿੱਚ ਗੋਲਕ ਦੇ ਵਿੱਚ ਪਈ ਪੂੰਜੀ, ਉਹਨੂੰ ਵਰਤੀ ਜਾਈਏ ਤਾਂ ਇੱਕ ਦਿਨ ਗੋਲਕ ਜਾਂ ਬਟੂਆ ਕਹਿ ਲਓ ਖਾਲੀ ਹੋ ਜਾਂਦਾ ਹੈ, ਜੇਕਰ ਉਹਦੇ ਵਿੱਚ ਹੋਰ ਨਾ ਪਾਈਏ। ਪਰ ਇਹ ਤਾਂ ਹੋਰ ਵੀ ਨਹੀਂ ਪੈਂਦੇ ਨਾ, ਇਹ ਤਾਂ ਜਿੰਨੇ ਪਾਏ ਨੇ ਓਨੇ ਮਿਲਦੇ ਨੇ। ਸੋ ਇਸ ਕਰਕੇ ਕਹਿੰਦੇ ਇਹ ਖਿਆਲ ਨਹੀਂ ਕਰਦਾ ਵੀ ਇਹ ਸਰੀਰ ਵਿੱਚੋਂ ਸਵਾਸ ਘਟ ਰਹੇ ਨੇ, ਇਹਨੂੰ ਖਿਆਲ ਕਰਨਾ ਚਾਹੀਦਾ। ਤਾਂ ਉੱਥੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਸਾਧੋ ਰਚਨਾ ਰਾਮ ਬਣਾਈ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਰਚਨਾ ਬਣਾਈ ਹੈ ਸੰਸਾਰ ਦੀ, ਸ੍ਰਿਸ਼ਟੀ ਦੀ। ਆਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ। ਬੇਅੰਤ ਸੰਗਤਾਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਇਕੱਤਰ, ਕਿਉਂਕਿ ਗੁਰੂ ਜੀ ਸਾਨੂੰ ਦੱਸ ਰਹੇ ਨੇ ਨਾ, ਇੱਥੇ ਹੁਣ ਆਪਾਂ ਪਹੁੰਚ ਰਹੇ ਹਾਂ, ਅਸੀਂ ਵੀ ਆਏ ਹਾਂ, ਤੁਸੀਂ ਵੀ ਆ ਰਹੇ ਹੋ। ਤੇ ਸਤਿਗੁਰੂ ਜੀ ਦੱਸ ਰਹੇ ਨੇ, ਕੀ ਆਖ ਰਹੇ ਨੇ? ਆਪੇ ਹੀ ਕਰਨਾ ਕੀਓ, ਆਪ ਹੀ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਇਹ ਸਾਰੇ ਕਾਰਜ ਕਰ ਰਿਹਾ ਹੈ। ਕੱਲ ਆਪੇ ਹੀ ਤੈ ਧਾਰੀ ਹੈ, ਸਾਰੀ ਸ੍ਰਿਸ਼ਟੀ ਨੂੰ ਸਾਜ ਕੇ ਆਪ ਮਾਲਕ ਬਣਿਆ ਹੋਇਆ ਵਾਹਿਗੁਰੂ ਪਰਮੇਸ਼ਰ ਹੈ। ਕੱਲ ਆਪੇ ਹੀ ਤੈ ਧਾਰੀ ਹੈ, ਦੇਖੈ ਕੀਤਾ ਆਪਣਾ,
ਧਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਹੁਣ ਆਹ ਦੱਸ ਰਹੇ ਨੇ ਮਹਾਰਾਜ ਜੀ, ਕਹਿੰਦੇ ਜਦੋਂ ਤੁਸੀਂ ਅੰਤਮ ਅਰਦਾਸ ਤੇ ਜਾ ਕੇ ਮੱਥਾ ਟੇਕਦੇ ਹੋ ਨਾ, ਕਹਿੰਦੇ ਉੱਥੇ ਧਿਆਨ ਨਾਲ ਸੁਣਨਾ, ਇੱਕ ਪ੍ਰਾਣੀ ਤਾਂ ਤੁਰ ਗਿਆ ਤੁਹਾਡੇ ਹੱਥਾਂ ਵਿੱਚ, ਕੱਲ ਬੋਲਦਾ ਸੀ ਤੇ ਅੱਜ ਉਹਦੀਆਂ ਅਰਦਾਸਾਂ ਹੋਣ ਲੱਗੀਆਂ ਪਈਆਂ ਨੇ। ਇਹੀ ਬਚਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੱਸਣਗੇ ਅਗਲੀ ਪੰਕਤੀ ਵਿੱਚ, ਜਿਸ ਕੇ ਜੀ ਪ੍ਰਾਣ ਹੈ। ਕਹਿੰਦੇ ਜਿਹੜੇ ਅੰਤਮ ਅਰਦਾਸ ਦੇ ਵਿੱਚ ਜਿਸ ਰੰਗਲੇ ਸੱਜਣ ਦੀ ਯਾਦ ਵਿੱਚ ਇਕੱਤਰ ਹੋ ਰਹੇ ਹੋ, ਉਹਦੀ ਫੋਟੋ ਪਈ ਹੈ, ਉਹਦੇ ਵਿੱਚ ਸਵਾਸ ਨਹੀਂ ਹੈਗੇ। ਆਹ ਜਿਹੜਾ ਬੁੱਤ ਹੈ ਨਾ ਪੰਜਾਂ ਤੱਤਾਂ ਦਾ, ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਇਹਦੇ ਵਿੱਚ ਅਜੇ ਸਵਾਸਾਂ ਦੀ ਪੂੰਜੀ ਹੈ। ਤੇ ਕਰਨਾ ਕੀ ਹੈ? ਹੁਣ ਮਨੁੱਖ ਤਾਂ ਇਹੋ ਹੀ ਕਹਿੰਦਾ ਨਾ ਵੀ ਪੜ੍ਹਾਈ ਕਰੋ, ਖੇਤ ਜਾਓ, ਦਫ਼ਤਰ ਜਾਓ, ਬਿਜ਼ਨਸ ਕਰੋ। ਕਰੋ ਮਹਾਰਾਜ ਕਹਿੰਦੇ, ਇਹਦੇ ਤੇ ਕੋਈ ਸ਼ੱਕ ਨਹੀਂ। ਪਰ ਜਿੱਥੇ ਸਤਿਗੁਰੂ ਜੀ ਦੱਸ ਰਹੇ ਨੇ ਵੀ ਇਹਦੇ ਨਾਲ ਇੱਕ ਕੰਮ ਹੋਰ ਵੀ ਕਰ ਲੈ, ਉਹ ਕੌਣ ਕਰੇ? ਇੱਥੋਂ ਆਹ ਝੋਲੀਆਂ ਭਰ ਕੇ ਲੈ ਕੇ ਜਾਣੀਆਂ ਨੇ, ਉਹ ਕੌਣ ਕਰੇ? ਉਹ ਕਿਹੜਾ ਕੰਮ? ਹੁਣ ਵੇਖੋ ਮਹਾਰਾਜ ਜੀ ਕਹਿੰਦੇ, ਹਾਥ ਪਾਉ ਕਰ ਕਾਮ ਸਭ। ਹੱਥਾਂ ਪੈਰਾਂ ਦੇ ਨਾਲ ਕਰ ਕੰਮ ਆਪਣੇ, ਚੰਗੇ ਕੰਮ ਕਰ, ਕੋਈ ਮਾੜੀ ਗੱਲ ਨਹੀਂ। ਪਰ ਅਗਲੇ ਬਚਨ ਤੇ ਪਹਿਰਾ ਕੌਣ ਦੇਵੇ? ਵਿਚਾਰ ਕਰੋ। ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ ਚਿੱਤ ਗੁਰੂ ਨਾਲ ਕਦੋਂ ਜੋੜੇਗਾ? ਚਿੱਤ ਹੈ ਜਿਹੜਾ ਨਾ, ਉਹ ਗੁਰੂ ਨਾਲ ਜੋੜਨਾ ਹੈ। ਚਿੱਤ ਗੁਰੂ ਨਾਲੋਂ ਨਹੀਂ ਤੋੜਨਾ। ਸੁਰਤ ਨੂੰ ਜਿਹੜਾ ਹੈਗਾ ਗੁਰੂ ਨਾਲ ਜੋੜਨਾ, ਸੁਰਤ ਨੂੰ। ਇਹ ਕੰਮ ਤੇਰਾ ਬੰਦਿਆ ਅਜੇ ਬਾਕੀ ਪਿਆ, ਜਿਹੜਾ ਤੂੰ ਪਹਿਲ ਦੇ ਆਧਾਰ ਤੇ ਕਰਨਾ ਸੀ। ਇਹਨੂੰ ਕਿਉਂ ਭੁੱਲ ਗਿਆ? ਇਹਨੂੰ ਚੇਤੇ ਕਰ। ਹੁਣ ਇਸੇ ਬਚਨ ਵਿੱਚ ਮਹਾਰਾਜ ਕਹਿੰਦੇ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਸ ਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋਂ ਵਿਸਾਰੀ ਹੈ। ਤੇ ਸਾਹਿਬ ਨੂੰ ਤਾਂ ਮਨੋਂ ਭੁੱਲਿਆ ਬੈਠਾ ਹੈ। ਦਾਸ ਇਹਨੂੰ ਇਉਂ ਪੜ੍ਹਦਾ ਹੁੰਦਾ, ਪ੍ਰੇਮ ਨਾਲ ਸੁਣੋ। ਇਹ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ, ਜੋ ਹੁਣ ਪੜਾਂਗਾ। ਜਿਹੜੇ ਹਰੀ ਨੇ ਰਚਨ ਤੇਰਾ ਰਚਿਆ, ਉਸੇ ਨੂੰ ਵਿਸਾਰ ਬੈਠਿਆ। ਜਿਹੜੇ ਹਰੀ ਨੇ ਰਚਨ ਤੇਰਾ ਰਚਿਆ, ਉਸੇ ਨੂੰ ਵਿਸਾਰ ਬੈਠਿਆ। ਜਿਹੜੇ ਹਰੀ ਨੇ ਰਚਨ ਤੇਰਾ ਰਚਿਆ, ਉਸੇ ਨੂੰ ਵਿਸਾਰ ਬੈਠਿਆ। ਜਿਹੜੇ ਹਰੀ ਨੇ ਰਚਨ ਤੇਰਾ ਰਚਿਆ, ਉਸੇ ਨੂੰ ਵਿਸਾਰ ਬੈਠਿਆ। ਜਿਹੜੇ ਹਰੀ ਨੇ ਰਚਨ ਤੇਰਾ ਰਚਿਆ, ਉਸੇ ਨੂੰ ਵਿਸਾਰ ਬੈਠਿਆ। ਜਿਹੜੇ ਹਰੀ ਨੇ ਰਚਨ ਤੇਰਾ ਰਚਿਆ, ਉਸੇ ਨੂੰ ਵਿਸਾਰ ਬੈਠਿਆ। ਜਿਹੜਾ ਮਾਤਾ ਦੇ ਉਦਰ ਵਿੱਚ ਪਾਲਦਾ, ਉਦਰ ਵਿੱਚ ਪਾਲਦਾ, ਉਹਨੂੰ ਕਿਉਂ ਵਿਸਾਰੇਗਾ ਭਲਾ? ਜਿਹੜਾ ਮਾਤਾ ਦੇ ਉਦਰ ਵਿੱਚ ਪਾਲਦਾ, ਉਹਨੂੰ ਕਿਉਂ ਵਿਸਾਰੇ ਮੂਰਖ? ਜਿਹੜਾ ਮਾਤਾ ਦੇ ਉਦਰ ਵਿੱਚ ਪਾਲਦਾ, ਉਹਨੂੰ ਕਿਉਂ ਵਿਸਾਰੇਗਾ ਭਲਾ? ਜਿਹੜਾ ਮਾਤਾ ਦੇ ਉਦਰ ਵਿੱਚ ਪਾਲਦਾ, ਉਹਨੂੰ ਕਿਉਂ ਵਿਸਾਰੇਗਾ ਭਲਾ? ਜਿਹੜਾ ਮਾਤਾ ਦੇ ਉਦਰ ਵਿੱਚ ਪਾਲਦਾ, ਉਹਨੂੰ ਕਿਉਂ ਵਿਸਾਰੇਗਾ ਭਲਾ? ਜਿਹੜਾ ਮਾਤਾ ਦੇ ਉਦਰ ਵਿੱਚ ਪਾਲਦਾ, ਉਹਨੂੰ ਕਿਉਂ ਵਿਸਾਰੇਗਾ ਭਲਾ? ਗੁਰੂ ਤੇਗ ਬਹਾਦਰ ਮਹਾਰਾਜ ਦੀ ਹਜ਼ੂਰੀ ਵਿੱਚ ਸੰਗਤ ਬੈਠੀ ਹੈ। ਮਹਾਰਾਜ ਜੀ ਇਹ ਬਚਨ ਸੁਣਾ ਰਹੇ ਨੇ ਸੰਗਤ ਨੂੰ। ਤੇ ਵੇਖੋ ਪਿਆਰਿਓ, ਦੁਨੀਆ ਤੇ ਕਿੱਡੇ ਕਿੱਡੇ ਔਖੇ ਕੰਮ ਨੇ। ਇਹ ਬੰਦਾ ਉੱਚੀਆਂ ਪਹਾੜੀਆਂ ਦੇ ਉੱਚੀਆਂ ਚੋਟੀਆਂ ਤੇ ਚੜ੍ਹ ਗਿਆ, ਐਵਰੈਸਟ ਤੇ ਇਹ ਜਾ ਚੜ੍ਹਿਆ। ਇਹ ਆਕਾਸ਼ ਵਿੱਚ ਉੱਡਦਾ ਫਿਰਦਾ, ਜਹਾਜ਼ਾਂ ਵਿੱਚ ਬੈਠ ਕੇ ਕਿੱਡੇ ਕਿੱਡੇ ਔਖੇ ਕੰਮ ਕਰ ਰਿਹਾ ਹੈ। ਪਰ ਜੇ ਇਹਨੂੰ ਸਤਸੰਗ ਮਿਲ ਜਾਵੇ ਨਾ, ਸਤ ਸੰਗਤ, ਮਹਾਰਾਜ ਜੀ ਕਹਿੰਦੇ ਫਿਰ ਇਹ ਭਵ ਜਲ ਨੂੰ ਤਰ ਜਾਵੇਗਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮਨੁੱਖ ਕਿਹੋ ਜਿਹਾ? ਜੋ ਮਨੁੱਖ ਨੇ ਅੱਖਾਂ ਨਾਲ ਪੜ੍ਹਿਆ,
ਜੋ ਮਨੁੱਖ ਨੇ ਕੰਨਾਂ ਨਾਲ ਸੁਣਿਆ, ਜੋ ਮਨੁੱਖ ਨੇ ਰਸਨਾ ਨਾਲ ਬੋਲਿਆ, ਉਹ ਹੈ ਜਿਹਾ ਮਨੁੱਖ ਹੈ। ਬਸ ਬਹੁਤੀ ਉਲਝਣ ਵਾਲੀ ਗੱਲ ਨਹੀਂ। ਜੋ ਇਹਨੇ ਅੱਖਾਂ ਨਾਲ ਵੇਖਿਆ, ਜੋ ਇਹਨੇ ਕੰਨਾਂ ਨਾਲ ਸੁਣਿਆ, ਜੋ ਇਹ ਰਸਨਾ ਨਾਲ ਬੋਲਿਆ, ਇਹ ਉਹਦਾ ਜੀਵਨ ਹੈ ਮਨੁੱਖ ਦਾ। ਤੇ ਜਦੋਂ ਅਸੀਂ ਗੁਰਬਾਣੀ ਨੂੰ ਪਿਆਰ ਕਰਾਂਗੇ, ਗੁਰਬਾਣੀ ਔਖਾ ਨਹੀਂ ਹੈ, ਬਿਲਕੁਲ ਹੀ ਔਖਾ ਨਹੀਂ, ਬਸ ਥੋੜ੍ਹਾ ਧਿਆਨ ਦੇਣ ਦੀ ਲੋੜ ਹੈ, ਸ਼ੌਕ ਹੋਣ ਦੀ ਲੋੜ ਹੈ। ਜਿਵੇਂ ਹੁਣ ਖੇਤੀ ਕਰਨ ਦਾ ਜ਼ਿਮੀਂਦਾਰ ਦੇ ਅੰਦਰ ਸ਼ੌਕ ਹੀ ਹੈ ਨਾ, ਕੰਮ ਤਾਂ ਕਿੰਨਾ ਔਖਾ ਹੈ, ਸੌਖਾ ਤਾਂ ਨਹੀਂ। ਪ੍ਰੈਸ ਕਰਨੀ, ਝਾੜੂ ਪੋਚੇ ਲਾਉਣੇ, ਪ੍ਰਸ਼ਾਦੇ ਪਕਾਉਣੇ, ਤਵਾ ਅੱਗ ਹੀ ਤਾਂ ਹੁੰਦੀ ਹੈ ਨਾ, ਅੱਗ 'ਤੇ ਹੱਥ ਰੱਖਣਾ ਮੇਰੀਆਂ ਮਾਵਾਂ ਭੈਣਾਂ ਨੇ ਸਾਰਾ ਦਿਨ। ਪਰ ਸ਼ੌਕ ਹੈ, ਮੈਂ ਆਪਣੇ ਪਰਿਵਾਰ ਨੂੰ ਪ੍ਰਸ਼ਾਦਾ ਛਕਾਉਣਾ ਹੈ। ਮਾਂ ਦੇ ਅੰਦਰ, ਪਤਨੀ ਦੇ ਅੰਦਰ, ਭੈਣਾਂ ਦੇ ਅੰਦਰ, ਧੀਆਂ ਦੇ ਅੰਦਰ ਇਹ ਸ਼ੌਕ ਹੈ। ਕੱਪੜੇ ਧੋਣੇ, ਕੰਮ ਤਾਂ ਸਾਰੇ ਔਖੇ ਨੇ, ਪਰ ਸਾਡੇ ਅੰਦਰ ਸ਼ੌਕ ਹੈ, ਇਸ ਕਰਕੇ ਅਸੀਂ ਉਹ ਸਾਰੇ ਕੰਮ ਸ਼ੌਕ ਨਾਲ ਕਰ ਰਹੇ ਹਾਂ। ਦਫ਼ਤਰ ਜਾਣਾ ਸ਼ੌਕ ਹੈ, ਪੜ੍ਹਾਈ ਕਰਨੀ ਸ਼ੌਕ ਹੈ, ਅਤੇ ਸਾਧ ਸੰਗਤ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਸਾਡਾ ਸ਼ੌਕ ਹੈ, ਬੱਚਿਆਂ ਨੂੰ ਵਿਆਹੁਣਾ ਸ਼ੌਕ ਹੈ, ਬੜੇ ਪਿਆਰ ਨਾਲ ਕਰਦੇ ਹਾਂ, ਨੱਚਦੇ ਹਾਂ, ਟੱਪਦੇ ਹਾਂ। ਅਫਸੋਸ ਗੁਰਬਾਣੀ ਸਾਡਾ ਸ਼ੌਕ ਨਹੀਂ ਬਣੀ। ਜਿਨ੍ਹਾਂ ਗੁਰਸਿੱਖਾਂ ਦਾ ਸ਼ੌਕ ਹੈ ਉਹ ਸਵੇਰੇ 3 ਵਜੇ ਛਾਲ ਮਾਰਦੇ ਨੇ, ਮੰਜੀ ਦੇ ਵਿੱਚੋਂ ਇਸ਼ਨਾਨ ਕਰਕੇ ਸ਼ੌਕ ਨਾਲ ਨਿਤਨੇਮ ਕਰਦੇ ਨੇ, ਸ਼ੌਕ ਦੇ ਨਾਲ ਵਾਹਿਗੁਰੂ ਦਾ ਨਾਮ ਜਪਦੇ ਨੇ, ਫਿਰ ਆਪਣੇ ਕੰਮ 'ਤੇ ਜਾਂਦੇ ਨੇ। ਕੋਈ ਔਖਾ ਨਹੀਂ ਹੈ, ਬਸ ਆਪਣੀ ਜਿਹੜੀ ਹੈਗੀ, ਜਿਹਨੂੰ ਆਪਾਂ ਕਹਿੰਦੇ ਆ ਨਾ ਮੱਤ ਨੂੰ ਸੁਧਾਰਨਾ ਹੈ। ਆਪਾਂ ਨੇ ਮੱਤ ਨੂੰ ਸੁਧਾਰਨਾ ਹੈ। ਉੱਥੇ ਸਤਿਗੁਰੂ ਕਹਿਣ ਲੱਗੇ, ਗੁਰੂ ਅਮਰਦਾਸ ਮਹਾਰਾਜ ਜੀ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਰਚਨ ਰਚਨ ਸਾਧੋ ਰਚਨਾ ਰਾਮ ਬਣਾਈ। ਜਿਸ ਵਾਹਿਗੁਰੂ ਨੇ ਰਚਨਾ ਬਣਾਈ ਆ ਸਾਡੀ, ਉਹਨੂੰ ਮਨ ਵਿੱਚ ਜਗ੍ਹਾ ਕਿਉਂ ਨਹੀਂ ਦਿੰਦਾ? ਮੇਨ ਗੱਲ ਤਾਂ ਆਹ ਹੈ। ਤੇ ਉੱਥੇ ਸੋ ਹਰ ਮਨ ਨਾ ਵਸਾਇਆ, ਕਿਹੜਾ ਹਰੀ? ਹੁਣ ਇੱਥੇ ਕੁਐਸਚਨ ਪੈਦਾ ਹੋ ਗਿਆ, ਕਿਹੜਾ ਹਰੀ ਕਿਉਂ ਵਸਾਈਏ ਮਨ ਵਿੱਚ? ਕੀ ਕਰਦਾ ਉਹ ਪਰਮਾਤਮਾ, ਦੱਸੋ ਸਾਨੂੰ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀ ਹੈ। ਇਹ ਤੋਂ ਜਿਹੜਾ ਸਪਸ਼ਟੀਕਰਨ ਸਬੂਤ ਹੋਰ ਮਿਲ ਸਕਦਾ ਕੋਈ? ਬਿਲਕੁਲ ਹੀ ਸਿੱਧਾ ਦੱਸਤਾ ਮਹਾਰਾਜ ਨੇ। ਜਿੱਥੇ ਜਠਰਾ ਅਗਨ, ਮਾਤਾ ਦੇ ਉਦਰ ਵਿੱਚ ਆਪਣਾ ਵੀ ਜਨਮ ਹੋਇਆ, ਸਤਿਕਾਰ ਮਾਵਾਂ ਦਾ, ਧੰਨਤਾ ਦੇ ਯੋਗ ਨੇ ਮਾਵਾਂ, ਜਗ ਜਨਨੀਆਂ ਨੇ। ਕਿੰਨੀਆਂ ਤਕਲੀਫਾਂ ਸਹਿ ਕੇ, ਕਿੰਨੀਆਂ ਔਖਾਂ ਸਹਿ ਕੇ ਬੱਚਿਆਂ ਨੂੰ ਪਹਿਲਾਂ 9 ਮਹੀਨੇ ਉਦਰ ਦੇ ਵਿੱਚ ਰੱਖਣਾ, ਅਤੇ ਫਿਰ ਸਾਧ ਸੰਗਤ ਉਹਨਾਂ ਨੂੰ ਜਨਮ ਦੇਣਾ, ਫਿਰ ਉਹਨਾਂ ਨੂੰ ਪਾਲਣਾ। ਬਹੁਤ ਮਾਵਾਂ ਨੇ ਜਿਹੜੀਆਂ ਬੱਚਿਆਂ ਨੂੰ ਜਨਮ ਦਿੰਦੀਆਂ ਆਪ ਸੰਸਾਰ ਤੋਂ ਕੂਚ ਕਰ ਗਈਆਂ। ਬੱਚੇ ਦਾ ਜਨਮ ਹੋ ਗਿਆ, ਬੱਚੇ ਹੈਗੇ, ਪਰ ਮਾਂ ਚਲੀ ਗਈ। ਇਸ ਕਰਕੇ ਧੰਨਤਾ ਦੇ ਯੋਗ ਨੇ ਮਾਵਾਂ। ਗੁਰਮੁਖੋ, ਮਾਂ ਅਤੇ ਪਿਓ ਜ਼ਿੰਦਗੀ ਵਿੱਚ 2 ਵਾਰ ਰੋਂਦੇ ਨੇ। ਧਿਆਨ ਦਿਓ, ਭਾਵੇਂ ਇਹ ਮੈਂ ਅਖੀਰ 'ਤੇ ਜਾ ਕੇ ਵਿਚਾਰ ਕਰਨੀ ਸੀ, ਪਰ ਫਿਰ ਕਈ ਵਾਰੀ ਵਿਸਰ ਜਾਂਦੀ ਹੈ ਵਿਚਾਰ। 2 ਵਾਰ ਜ਼ਿੰਦਗੀ ਵਿੱਚ ਮਾਂ ਅਤੇ ਪਿਓ ਰੋਂਦੇ ਨੇ। ਕਦੋਂ ਰੋਂਦੇ ਨੇ? ਇੱਕ ਤਾਂ ਜਦੋਂ ਧੀ ਜਵਾਨ ਹੁੰਦੀ ਹੈ, ਜਵਾਨ ਧੀ ਨੂੰ ਜਦੋਂ ਡੋਲੀ ਵਿੱਚ ਬਿਠਾਉਣਾ, 99% ਮਾਵਾਂ ਦੁਨੀਆ ਦੀਆਂ ਅਤੇ ਪਿਓ, ਉਸ ਵੇਲੇ ਸਾਧ ਸੰਗਤ ਤਰਪ ਅੱਖਾਂ 'ਚੋਂ ਹੰਝੂ ਜਾਂਦੇ ਨੇ, ਧੀ ਨੂੰ ਡੋਲੀ ਵਿੱਚ ਬਿਠਾਉਂਦੇ ਨੇ, ਅਤੇ ਜਦੋਂ ਤੋਰਦੇ ਨੇ ਉਦੋਂ ਮਾਂ ਵੀ ਰੋਈ ਅਤੇ ਉਦੋਂ ਪਿਓ ਵੀ ਰੋਇਆ। ਭਾਵੇਂ ਉਹ ਸਮਾਂ ਖੁਸ਼ੀ ਦਾ ਹੁੰਦਾ, ਪਰ ਖੁਸ਼ੀ ਦਾ ਵੀ ਤਾਂ ਵਿਰਾਗ ਹੁੰਦਾ ਨਾ। ਉਦੋਂ ਰੋਇਆ ਪਿਓ, ਉਦੋਂ ਰੋਈ ਮਾਂ। ਪਿਆਰ ਹੈ ਨਾ। ਇੱਕ ਸਾਧ ਸੰਗਤ ਮਾਂ ਅਤੇ ਪਿਓ ਉਦੋਂ ਰੋਂਦੇ ਨੇ। ਆਪਾਂ ਬੱਚਿਆਂ ਨੂੰ ਜਿਹੜਾ ਸੀ ਜਨਮ ਹੋਇਆ, ਬੱਚਿਆਂ ਦਾ ਸ਼ੌਂਕ ਨਾਲ ਪਾਲਿਆ, ਸੰਭਾਲਿਆ, ਵਿਆਹਿਆ, ਵੱਡੇ ਹੋਏ ਸਾਧ ਸੰਗਤ। ਪਰ ਬਹੁਤ ਲੋਕ ਉਹ ਨੇ ਜਿਹੜੇ ਇਹ ਦੂਜਾ ਰੋਣਾ ਵੀ ਰੋਂਦੇ ਨੇ। ਦੂਜਾ ਰੋਣਾ ਕੀ ਹੈ? ਜਦੋਂ ਕਿਤੇ ਮਾਪਿਆਂ ਦੀ ਔਲਾਦ ਨਲਾਇਕ ਨਿਕਲ ਜਾਵੇ, ਉਦੋਂ ਪਿਓ ਫੁੱਟ ਕੇ ਰੋਂਦਾ ਹੈ, ਉਦੋਂ ਮਾਂ ਫੁੱਟ ਕੇ ਰੋਂਦੀ ਹੈ, ਕਿਉਂਕਿ ਨਲਾਇਕ ਔਲਾਦ ਆਪਣੇ ਮਾਪਿਆਂ ਨੂੰ ਬੁਲਾਉਣਾ ਬੰਦ ਕਰ ਦਿੰਦੀ ਹੈ, ਬੁਲਾਉਂਦੇ ਨਹੀਂ ਮਾਪਿਆਂ ਨੂੰ। ਅਤੇ ਪਿਆਰਿਓ, ਇੱਕ ਸੱਟ ਹੁੰਦੀ ਹੈ ਹਥਿਆਰ ਦੀ, ਕਿਸੇ ਦੇ ਕੋਈ ਸੋਟੀ ਮਾਰਨੀ, ਤਲਵਾਰ ਮਾਰਨੀ, ਕੋਈ ਹੋਰ ਚੱਕ ਕੇ ਡੰਡਾ ਮਾਰਨਾ, ਉਹ ਸੱਟ ਬਹੁਤਾ ਚਿਰ ਨਹੀਂ ਦਰਦ ਦਿੰਦੀ, ਉਹ ਸੱਟ ਬੜੀ ਜਲਦੀ ਆਰਾਮ ਆ ਜਾਂਦੀ ਹੈ।
ਇੱਕ ਸੱਟ ਹੁੰਦੀ ਹੈ ਬੋਲਾਂ ਦੀ, ਇੱਕ ਸੱਟ ਹੁੰਦੀ ਹੈ ਸ਼ਬਦਾਂ ਦੀ। ਕੋਈ ਐਸਾ ਕੌੜਾ ਬੋਲ ਕਹਿ ਦਿੱਤਾ ਮਾਂ ਨੂੰ ਪੁੱਤ ਨੇ, ਐਸਾ ਕੌੜਾ ਬੋਲ ਦਿੱਤਾ ਪੁੱਤ ਨੇ ਪਿਓ ਨੂੰ, ਸਾਰੀਆਂ ਗੱਲਾਂ ਦੇ ਆਪਾਂ ਜਵਾਬ ਨਹੀਂ ਦੇ ਸਕਿਆ ਕਰਦੇ। ਜੇ ਕੋਈ ਪੁੱਤ ਧੀ ਜਵਾਬ ਮੰਗੇ ਨਾ ਮਾਂ ਪਿਓ ਤੋਂ ਵੀ ਇਹਦਾ ਜਵਾਬ ਦੇ। ਕਈ ਵਾਰੀ ਮਾਂ ਪਿਓ ਰੋ ਕੇ ਹੀ ਸਬਰ ਦਾ ਘੁੱਟ ਅੰਦਰ ਭਰ ਲੈਂਦੇ ਨੇ ਵੀ ਮੈਂ ਉਹ ਸ਼ਬਦ ਕਿਹੜੇ ਬੋਲਾਂ ਵੀ ਤੈਨੂੰ ਇਹਦਾ ਮੈਂ ਜਵਾਬ ਦੇਵਾਂ। ਸ਼ਬਦ ਨਹੀਂ ਹੁੰਦੇ ਮਾਪਿਆਂ ਕੋਲੇ। ਕਿਉਂ? ਕਿਉਂਕਿ ਉਹ ਤਾਂ ਸਾਰੀ ਜ਼ਿੰਦਗੀ ਸੇਵਾ ਚਲਾਉਂਦੇ ਹੁੰਦੇ ਨੇ। ਪਿਓ ਬਣ ਕੇ ਪਤਾ ਲੱਗਦਾ ਫਿਰ ਵੀ ਜਿਹੜੀ ਮੈਂ ਉਸ ਦਿਨ ਗੱਲ ਆਖੀ ਸੀ ਨਾ, ਸੱਚਮੁੱਚ ਇਹਦਾ ਤਾਂ ਜਵਾਬ ਹੀ ਹੈ ਨਹੀਂ। ਸਾਧ ਸੰਗਤ, ਸ਼ਬਦਾਂ ਦੀ ਜਿਹੜੀ ਸੱਟ ਹੈ ਇਹ ਦੂਸਰੇ ਸ਼ਾਸਤਰ ਦੀ ਸੱਟ ਨਾਲੋਂ ਭਿਆਨਕ ਹੈ। ਬਹੁਤ ਮਾਪੇ ਐਸੇ ਨੇ ਦੁਨੀਆ ਦੇ, ਕਿਉਂਕਿ ਜੇ ਅੱਜ ਇੱਥੋਂ ਅਸੀਂ ਨਾ ਦੱਸਾਂਗੇ ਨਾ ਤਾਂ ਫਿਰ ਉਹ ਜਿਹੜਾ ਭਲਾ ਹੋਣਾ ਹੁੰਦਾ ਹੈ। ਬਹੁਤ ਲੋਕ ਨੇ, ਦਾਸ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚ ਖੁਦ ਨੂੰ ਵੀ ਸਿਖਾਉਣਾ ਤੇ ਜਿੰਨਾ ਹੋ ਸਕੇ ਹੋਰਾਂ ਦੇ ਪਰਿਵਾਰਾਂ ਦਾ ਵੀ ਭਲਾ ਕਰਨਾ। ਅਣਗਿਣਤਾਂ ਦਾ ਭਲਾ ਹੋ ਗਿਆ ਜਦੋਂ ਆਹ ਬਚਨ ਕਹਿੰਦੇ ਆ। ਕਈ ਮਾਪੇ ਤੁਰੇ ਤਾਂ ਫਿਰਦੇ ਨੇ, ਪਰ ਸੰਧੂ ਪਰਿਵਾਰ ਤੋਂ ਸਿੱਖਿਆ ਲੈ ਕੇ ਜਾਇਓ। ਜੇ ਮਾਂ ਪਿਓ ਨੂੰ ਸੰਭਾਲਣਾ ਨਾ ਤਾਂ ਚੇਅਰਮੈਨ ਸਾਹਿਬ ਨੂੰ ਜਿਵੇਂ ਸੰਭਾਲਿਆ ਸੰਧੂ ਪਰਿਵਾਰ ਨੇ, ਤਾਂ ਇਸ ਤਰ੍ਹਾਂ ਸੰਭਾਲਿਓ। ਬਹੁਤੇ ਮਾਪੇ ਤਾਂ ਸਰੀਰ ਤੁਰੇ ਫਿਰਦੇ ਨੇ ਸੰਸਾਰ ਤੇ, ਪਰ ਜਿਉਂਦੇ ਨਹੀਂ ਹੈਗੇ। ਕਈ ਵਾਰੀ ਜਿਉਂਦੇ ਮਰ ਜਾਂਦੇ ਨੇ ਮਾਪੇ। ਭਲਾ ਕਦੋਂ? ਸੁਣੋ, ਉਦੋਂ ਮਾਪੇ ਮਰ ਜਾਂਦੇ ਜਦੋਂ ਪੁੱਤ ਨਾ ਬੁਲਾਵੇ। 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 ਮਾਂ ਬੈਠੀ ਵੇਖੀ ਜਾਂਦੀ ਪਰ ਨੇੜੇ ਕੋਈ ਨਾ ਆਵੇ। ਉਦੋਂ ਮਾਪੇ ਮਰ ਜਾਂਦੇ ਧੀ ਪੁੱਤ ਨਾ ਬੁਲਾਵੇ। ਪਿਆਰਿਓ, ਸਾਨੂੰ ਇਉਂ ਨਹੀਂ ਵਾਹਿਗੁਰੂ ਨੇ ਆ ਸਰੀਰ ਦਿੱਤੇ ਵੀ ਕਿਤੇ ਐਡੇ ਐਡੇ ਪਿਆਰੇ, ਐਡੇ ਐਡੇ ਨੇੜੇ ਦੇ ਰਿਸ਼ਤਿਆਂ ਨੂੰ ਅਸੀਂ ਤਾਰ ਤਾਰ ਕਰ ਦਈਏ। ਇਹੋ ਹੀ ਤਾਂ ਸਿੱਖਣਾ ਆਪਾਂ ਗੁਰੂ ਕੋਲੋਂ, ਇਹੋ ਹੀ ਸਿੱਖਿਆ ਮਿਲਦੀ ਹੈ। ਪਹਿਲਾਂ ਸਾਨੂੰ ਸਮਾਜਿਕ ਤੌਰ ਤੇ ਜਿਉਣਾ। ਚਾਰ ਪੱਖ ਹੁੰਦੇ ਨੇ ਇੱਕ ਮਨੁੱਖ ਦੇ ਜੀਵਨ ਦੇ ਨਾ, ਚਾਰ ਪੱਖ। ਸਭ ਤੋਂ ਪਹਿਲਾਂ ਸਮਾਜਿਕ ਪੱਖ, ਫਿਰ ਇਹਦਾ ਆਰਥਿਕ ਪੱਖ, ਦੂਜਾ, ਤੀਜਾ ਹੈਗਾ ਰਾਜਨੀਤਿਕ ਪੱਖ, ਤੇ ਸਭ ਤੋਂ ਪਹਿਲਾ ਜਿਹੜਾ ਇਹਦਾ ਪੱਖ ਹੈ ਇਹ ਆ ਧਾਰਮਿਕ ਪੱਖ। ਇਹ ਚਾਰ ਪਾਵੇ ਨੇ ਸਾਡੀ ਜ਼ਿੰਦਗੀ ਦੇ। ਚਾਰੋਂ ਪਾਵੇ ਮਜ਼ਬੂਤ ਹੋਣ ਤਾਂ ਚੇਅਰ ਜਿਹੜੀ ਹੈ, ਕੁਰਸੀ ਜਿਹੜੀ ਹੈ, ਮੇਜ਼ ਜਿਹੜਾ ਹੈਗਾ ਉਹ ਬਿਲਕੁਲ ਠੀਕ ਖੜਾ ਰਹਿੰਦਾ ਹੈ। ਇੱਕ ਪਾਵਾ ਟੁੱਟ ਜਾਵੇ ਉਹਦੀ ਤਾਕਤ ਘਟ ਜਾਂਦੀ ਹੈ। ਮੰਜੀ ਦੇ ਚਾਰੇ ਪਾਵੇ ਮਜ਼ਬੂਤ ਨੇ, ਜਿਵੇਂ ਮਰਜ਼ੀ ਆਰਾਮ ਕਰੋ, ਬੈਠੋ, ਲੇਟੋ। ਤੇ ਜੇ ਪਾਵੇ 2 ਟੁੱਟ ਗਏ, 3 ਟੁੱਟ ਗਏ, ਮਾਫ ਕਰਨਾ ਕਈਆਂ ਦੇ ਤਾਂ 4 ਹੀ ਟੁੱਟੇ ਪਏ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਾ ਧਾਰਮਿਕ ਪੱਖ ਤੋਂ ਕੁਛ ਕੋਲੇ ਆ, ਨਾ ਰਾਜਨੀਤਿਕ ਪੱਖ ਤੋਂ ਕੁਛ ਕੋਲੇ ਆ, ਨਾ ਸਮਾਜਿਕ ਪੱਖ ਤੋਂ ਕੋਲੇ ਆ, ਨਾ ਆਰਥਿਕ ਪੱਖ ਹੀ ਠੀਕ ਹੈ। ਤੇ ਜਦੋਂ 4 ਹੀ ਪਾਵੇ ਟੁੱਟ ਗਏ, ਬੇਕਾਰ ਗਿਆ ਜਨਮ ਧਾਰਿਆ। ਇਸ ਕਰਕੇ ਮਾਪਿਆਂ ਦੀ ਸੰਭਾਲ ਕਰਨੀ, ਮਾਪਿਆਂ ਨੂੰ ਉਹ ਆਦਰ ਦੇਣਾ, ਸਤਿਕਾਰ ਦੇਣਾ। ਵੇਖੋ, ਇਸ ਗੱਲ ਤੋਂ ਮੁੱਕਰਿਆ ਨਹੀਂ ਜਾ ਸਕਦਾ ਵੀ ਦੁਨੀਆ ਤੇ ਬਹੁਤੇ ਮਾਪੇ ਵੀ ਜਿਹੜੇ ਨੇ ਨਾ ਉਹ ਹਿੰਡ ਨੂੰ ਪਿੱਛਾ ਨਹੀਂ ਦਿੰਦੇ। ਅੜੀਅਲ ਸੁਭਾਅ ਜਿਹਨੂੰ ਆਪਾਂ ਕਹਿੰਦੇ, ਅੜੀਅਲ ਰਵੱਈਆ। ਪਰ ਉਹ ਅੜੀਅਲ ਰਵੱਈਏ ਨੂੰ ਅਸੀਂ ਇੱਕ ਤਰੀਕੇ ਨਾਲ ਪੇਸ਼ ਆ ਕੇ ਉਹਦੇ ਵਿੱਚ ਵੀ ਅਸੀਂ ਮਾਪਿਆਂ ਦੀ ਸੇਵਾ ਕਰ ਸਕਦੇ ਹਾਂ। ਉਹਨੂੰ ਕਹਿੰਦੇ ਨੇ ਝੁਕ ਜਾਣਾ। ਝੁਕ ਜਾਓ ਮਾਪਿਆਂ ਦੇ ਅੱਗੇ। ਠੀਕ ਹੈ, ਹੋਣਾ ਅੜੀਅਲ ਰਵੱਈਆ, ਕੋਈ ਗੱਲ ਨਹੀਂ, ਵੱਡੇ ਨੇ ਆਪਣੇ।
ਆਪਣੇ ਵੱਡੇ ਨੇ ਆਪਾਂ ਨੂੰ ਸੰਭਾਲਿਆ, ਆਪਾਂ ਨੂੰ ਪਾਲਿਆ ਹੈ, ਉਹਨਾਂ ਦੀ ਬਦੌਲਤ ਹੀ ਆਪਾਂ ਅੱਜ ਸੰਸਾਰ ਤੇ ਹਾਂ। ਸੱਚ ਜਾਣੋ, ਅੱਜ ਜੋ ਕੁਝ ਵੀ ਆਪਾਂ ਹਾਂ ਉਹ ਆਪਣੀ ਮਾਂ ਦੀ ਬਦੌਲਤ, ਆਪਣੇ ਪਿਓ ਦੀ ਬਦੌਲਤ ਆ। ਮੰਨ ਲਓ ਮੇਰੀ ਮਾਂ ਨਾ ਹੁੰਦੀ ਤਾਂ ਅੱਜ ਮੈਂ ਤੁਹਾਡੇ ਵਿੱਚ ਨਹੀਂ ਸੀ ਬੈਠਣਾ। ਇਸੇ ਤਰ੍ਹਾਂ ਤੁਸੀਂ ਸੋਚੋ, ਤੇ ਫਿਰ ਕਿੰਨੀ ਮਾਂ ਮਾੜੀ ਲੱਗਦੀ ਉਹ ਨਹੀਂ ਜੇ ਅਸੀਂ ਇਹ ਵਿਚਾਰਧਾਰਾ ਬਣਾਵਾਂਗੇ, ਫਿਰ ਨਹੀਂ ਮਾੜੀ ਲੱਗਦੀ, ਫਿਰ ਤਾਂ ਰੱਜ ਰੱਜ ਕੇ ਪੂਜਾਂਗੇ ਮਾਂ ਨੂੰ। ਤੇ ਯਾਦ ਰੱਖਿਓ, ਜਿਹੜਾ ਮਾਂ ਪਿਓ ਦਾ ਨਹੀਂ ਬਣਿਆ ਨਾ, ਉਹ ਕਦੇ ਵੀ ਗੁਰੂ ਦਾ ਨਹੀਂ ਬਣ ਸਕਦਾ। ਭਾਈ ਗੁਰਦਾਸ ਜੀ ਨੇ ਮੋਹਰ ਲਾਈ ਹੈ, ਜਿਹੜਾ ਮਾਂ ਪਿਓ ਦਾ ਨਹੀਂ ਬਣਿਆ ਉਹ ਗੁਰੂ ਦਾ ਨਹੀਂ ਬਣ ਸਕਦਾ। ਗੁਰੂ ਜੀ ਕਹਿੰਦੇ ਨਾ, ਜੇ ਮਾਪਿਆਂ ਦਾ ਨਹੀਂ ਬਣਿਆ ਮੇਰਾ ਕਿੱਥੋਂ ਬਣ ਜਾਏਗਾ। ਸੋ ਇਸ ਕਰਕੇ ਅਸੀਂ ਇਹ ਰਿਲੇਸ਼ਨਸ਼ਿਪ ਨੂੰ ਤਕੜਾ ਕਰਨਾ, ਭੈਣ ਭਰਾ ਦਾ ਰਿਸ਼ਤਾ, ਪਤੀ ਪਤਨੀ ਦਾ ਰਿਸ਼ਤਾ, ਇਹਦੇ ਤੇ ਦਾਸ ਖੁੱਲ੍ਹ ਕੇ ਵਿਚਾਰ ਕਰ ਲੈਂਦਾ ਹੈ। ਹੁਣ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਹੈ, ਅਸਲ ਦੇ ਵਿੱਚ ਇਹੀ ਮਾਪਿਆਂ ਦੀ ਸੇਵਾ ਦੀ ਜੜ ਬਣਦਾ ਹੈ। ਜੇ ਪਤੀ ਪਤਨੀ ਦਾ ਰਿਸ਼ਤਾ ਮਜ਼ਬੂਤ ਹੈ ਨਾ, ਤਾਂ ਜਿਹੜਾ ਜਨਮ ਲੈਣ ਵਾਲਾ ਬੱਚਾ ਹੈ ਉਹਦੀ ਨਜ਼ਰ ਹੈ ਆਪਣੇ ਮਾਪਿਆਂ ਤੇ ਵੀ ਮੇਰੇ ਮਾਂ ਪਿਓ ਕੀ ਕਰ ਰਹੇ ਨੇ। ਹੁਣ ਮਾਂ ਪਿਓ ਦੇ ਸੱਸ ਸਹੁਰਾ ਬੈਠੇ ਨੇ ਤੇ ਬੱਚਾ ਵੇਖ ਰਿਹਾ, ਪਤੀ ਪਤਨੀ ਆਪਸ ਵਿੱਚ ਲੜੀ ਜਾਂਦੇ ਨੇ ਤੇ ਸੱਸ ਸਹੁਰੇ ਦੀ ਇਨਸਲਟ ਕਰੀ ਜਾਂਦੇ ਨੇ, ਤੇ ਬੱਚੇ ਦੇ ਅੰਦਰ ਉਹ ਸੰਸਕਾਰ ਬਣ ਗਏ, ਉਸੇ ਤਰ੍ਹਾਂ ਦੇ ਬੱਚੇ ਚੱਲ ਪਏ। ਹਰ ਇੱਕ ਗੱਲ ਤੇ, ਜਿਵੇਂ ਮੰਨ ਲਓ ਸਾਡੀ ਡਿਊਟੀ ਧਾਰਮਿਕ ਪ੍ਰਚਾਰ ਦੀ ਹੈ, ਤੁਹਾਡੀ ਨਜ਼ਰ ਹੈ ਸਾਡੇ ਤੇ ਵੀ ਕੀ ਕਰ ਰਹੇ ਨੇ। ਇਸੇ ਤਰ੍ਹਾਂ ਸਾਡੀ ਪਰਿਵਾਰਕ ਡਿਊਟੀ ਹੈ, ਪਰਿਵਾਰ ਦੇ ਵਿੱਚ ਬੱਚੇ ਵੇਖ ਰਹੇ ਨੇ, ਬੱਚਾ ਵੇਖ ਰਿਹਾ ਵੀ ਮੇਰਾ ਡੈਡੀ ਹੈ ਜਿਹੜਾ ਉਹ ਗੁਰੂ ਘਰ ਜਾਂਦਾ, 2 ਟਾਈਮ ਗੁਰਬਾਣੀ ਪੜ੍ਹਦਾ, ਗੁਰਬਾਣੀ ਸੁਣਦਾ। ਬੱਚੇ ਨੇ ਵੇਖ ਲਿਆ, ਉਹਦੇ ਸੰਸਕਾਰ ਬਣ ਗਏ ਆਪਣੇ ਪਿਤਾ ਨੂੰ ਵੇਖ ਕੇ। ਤੇ ਜੇ ਹੁਣ ਬੱਚਾ ਵੇਖ ਰਿਹਾ ਵੀ ਡੈਡੀ ਸ਼ਾਮ ਨੂੰ 5-4 ਮੁੰਡੇ ਬੈਠੇ ਨੇ ਤੇ ਮੇਜ਼ ਵਿਚਾਲੇ ਰੱਖਿਆ, ਤੇ ਇਸ ਤਰ੍ਹਾਂ ਕੁਰਸੀਆਂ ਤੇ ਬੈਠੇ ਨੇ, ਗਲਾਸੀਆਂ ਖੜਕਦੀਆਂ ਨੇ, ਤੇ ਕਿਧਰੇ ਮੁਰਗੇ ਕਿਧਰੇ ਬੱਕਰੇ, ਬੱਚੇ ਦੇ ਸੰਸਕਾਰ ਬਣ ਗਏ। ਜਿੰਨਾ ਮਰਜ਼ੀ ਜ਼ੋਰ ਲਾ ਲਿਓ ਬੱਚਾ ਨਹੀਂ ਹਟ ਸਕਦਾ, ਉਹ ਉਸੇ ਪਾਸੇ ਜਾਵੇਗਾ। ਸੋ ਇਸ ਕਰਕੇ ਅਸੀਂ ਬੱਚਿਆਂ ਨੂੰ ਥਾਲੀ ਵਿੱਚ ਪਰੋਸ ਕੇ ਕੀ ਦੇ ਰਹੇ ਹਾਂ, ਤਾਂ ਕਿ ਉਹ ਸਾਡੇ ਆਉਣ ਵਾਲੇ ਭਵਿੱਖ ਦੇ ਜਿਹੜੇ ਨੇ ਨਾ, ਉਹ ਸੇਵਾਦਾਰ ਬਣ ਕੇ ਇੱਕ ਚੰਗੇ ਮਜ਼ਬੂਤ ਜੀਵਨ ਵਾਲੇ, ਮਜ਼ਬੂਤ ਨਿਉ ਵਾਲੇ ਸਾਡੇ ਬੱਚੇ ਬਣਨ, ਤਾਂ ਜਾ ਕੇ ਇਹ ਹੋ ਸਕਦਾ ਸੰਭਵ। ਆਓ ਹੁਣ ਆਪਾਂ ਇਹ ਵਿਚਾਰ ਕੁਛ ਮਾਪਿਆਂ ਦੀ ਜਿਹੜੀ ਮੈਂ ਐਂਡ ਤੇ ਕਰਦਾ ਹੁੰਦਾ, ਪਰ ਅੱਜ ਮੇਰੇ ਮਨ ਵਿੱਚ ਇਹ ਖਿਆਲ ਆਇਆ ਤਾਂ ਉਸੇ ਵੇਲੇ ਕਹਿ ਦੇਣਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਸਤਿਗੁਰੂ ਸੱਚੇ ਪਾਤਸ਼ਾਹ ਸਾਧੋ ਰਚਨਾ ਰਾਮ ਬਣਾਈ। ਇੱਧਰ ਆਖਿਆ ਮੁਖ ਤਲੈ ਪੈਰ ਉੱਪਰੈ, ਬਸੰਦੜੋ ਕੋ ਹੱਥੜੈ ਥਾਏ, ਨਾਨਕ ਸੋ ਧਣੀ ਕਿਉਂ ਵਸਾਰਿਓ। ਉਧਰ ਹੈ ਜਿਸ ਦਾ ਨਾਏ, ਜਿਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਤੇਰਾ ਉਧਾਰ ਹੋਣਾ, ਤੇਰੀ ਪ੍ਰਤਪਾਲਣਾ ਹੋ ਰਹੀ ਹੈ, ਤੇ ਉਸ ਧਣੀ, ਉਸ ਬੇਅੰਤ ਖਜ਼ਾਨਿਆਂ ਦੇ ਮਾਲਕ ਪਰਮਾਤਮਾ ਨੂੰ ਵਿਸਾਰੀ ਕਿਉਂ ਬੈਠਾ ਵੀ ਬੰਦਿਆ। ਪਰ ਮਹਾਰਾਜ ਜੀ ਕਹਿੰਦੇ ਇਹਦੇ ਵੱਸ ਨਹੀਂ ਹੈ, ਇਹਦੇ ਵੱਸ ਨਹੀਂ ਹੈ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਆ ਸੰਸਾਰ ਦਾ ਪਸਾਰਾ ਜਿਹੜਾ ਪਦਾਰਥ, ਇੱਥੇ ਮਾਇਆ ਦਾ ਅਰਥ ਹੈ ਪਦਾਰਥ, ਭਾਵੇਂ ਸਾਡੇ ਘਰ-ਬਾਰ, ਭਾਵੇਂ ਉਹ ਸ਼ਹਿਰ, ਭਾਵੇਂ ਸੋਹਣੇ ਰੰਗ ਰੂਪ, ਭਾਵੇਂ ਕੁਝ ਵੀ, ਇਹ ਸਾਰਾ ਮਾਇਆ ਦਾ ਰੂਪ ਹੈ। ਜਿਹੋ ਜੀ ਮਾਤਾ ਦੇ ਉਦਰ ਦੀ ਅਗਨ ਹੈ, ਉੱਥੇ ਵਾਹਿਗੁਰੂ ਦੀ ਯਾਦ ਨਾ ਹੋਵੇ ਤਾਂ ਬੱਚਾ ਮੱਚ ਸਕਦਾ ਹੈ, ਪਰ ਵਾਹਿਗੁਰੂ ਦਾ ਨਾਮ ਉੱਥੇ ਬਚਾਉਂਦਾ ਹੈ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਜਿਹੜੇ ਮੰਨਣ ਵਾਲੇ ਨੇ ਉਹ ਮੰਨਦੇ ਨੇ, ਜਿਹਨੇ ਨਹੀਂ ਮੰਨਣਾ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਐਸੇ ਤਰ੍ਹਾਂ ਹੀ ਹੈ। ਨਹੀਂ, ਇਹ ਉਹਨਾਂ ਦੇ ਬਚਨ ਨੇ ਜਿਨ੍ਹਾਂ ਸਾਡੀ ਖਾਤਰ ਤੱਤੀ ਤਵੀ ਤੇ ਚੌਂਕੜੇ ਲਾਏ, ਉਹਨਾਂ ਦੇ ਬਚਨ ਨੇ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਉੱਥੇ ਰਾਖਣ ਹਾਰਾ ਵਾਹਿਗੁਰੂ ਹੈ, ਇੱਥੇ ਵੀ ਰੱਖਣ ਵਾਲਾ ਵਾਹਿਗੁਰੂ ਹੈ, ਉੱਥੇ ਵੀ ਰੱਖਣ ਵਾਲਾ ਵਾਹਿਗੁਰੂ ਹੈ। ਵਿਸ਼ਵਾਸ ਕਰੋ, ਭਰੋਸਾ ਬਣਾਓ। ਤੇ ਉੱਥੇ ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਜਿਹੜਾ ਵਾਹਿਗੁਰੂ ਪਰਮਾਤਮਾ ਨੇ ਰਚਨ ਰਚਿਆ ਨਾ, ਇਹ ਮਨੁੱਖ ਨੂੰ ਵਿਸਾਰਨਾ ਨਹੀਂ ਚਾਹੀਦਾ। ਪਰ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਉਹਨਾਂ ਦਾ ਭਲਾ ਕਰ ਦਿੰਦੇ ਨੇ ਵਾਹਿਗੁਰੂ ਪਰਮਾਤਮਾ। ਸੰਸਾਰ ਵਿੱਚ ਰਹਿੰਦੇ, ਪਰਿਵਾਰਾਂ ਵਿੱਚ ਰਹਿੰਦੇ ਬੜੇ ਗੁਰਸਿੱਖ, ਜਿਨ੍ਹਾਂ ਦਾ ਜੀਵਨ ਨਿਤਨੇਮ ਬਣ ਗਿਆ, ਜੀਵਨ ਉਹਨਾਂ ਦੀ ਬੰਦਗੀ ਬਣ ਗਿਆ, ਉਹਨਾਂ ਦਾ ਜੀਵਨ ਹੈ ਜਿਹੜਾ ਸਿਮਰਨ ਬਣ ਗਿਆ, ਵਾਹਿਗੁਰੂ ਦੀ ਯਾਦ ਬਣ ਗਈ, ਤੇ ਆਪਣੀ ਕਿਰਤ ਵਿਰਤ ਕਰਦੇ ਨੇ, ਹੱਥੋਂ ਦੇ ਕੇ ਭਲਾ ਮਨਾਉਂਦੇ ਨੇ। ਤੇ ਇਸ ਤਰ੍ਹਾਂ ਸਾਧ ਸੰਗਤ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਅਸੀਂ ਸਾਰਾ ਕੁਝ ਅਜੇ ਨਹੀਂ ਸਿੱਖ ਸਕੇ, ਸਾਰਾ ਕੁਝ ਕੋਈ ਸਿੱਖ ਵੀ ਨਹੀਂ ਸਕਦਾ। ਜ਼ਿੰਦਗੀ ਕਿੱਡੀ ਕੁ ਵੱਡੀ ਹੈ। ਇਹ ਤਾਂ ਫਰੀਦਾ ਕੋਠੇ ਧੁੱਕਣ ਕੇਤੜਾ,
ਬਿਰ ਨੀਂਦੜੀ ਨਿਵਾਰ, ਜੋ ਦੇਹ ਲੱਦੇ ਗਾਣ ਵੇ ਗਏ ਵਿਲਾੜ ਵਿਲਾੜ। ਕਹਿੰਦੇ ਗਿਣਤੀ ਦੇ ਦਿਨ ਤੈਨੂੰ ਮਿਲੇ ਨੇ ਉਹ ਬੰਦਿਆ, ਇਹ ਤਾਂ ਤੇਰੇ ਕੋਲੋਂ ਟਪੂਸੀਆਂ ਮਾਰ ਮਾਰ ਕੇ ਲੰਘ ਗਏ। ਜਿਵੇਂ ਕਿਸੇ ਮਨੁੱਖ ਦੇ ਅੱਗੋਂ ਦੀ ਆਪਾਂ ਰੋਡ ਤੇ ਗੱਡੀ ਲਈ ਜਾਂਦੇ ਆ, ਕਈ ਵਾਰੀ ਹਿਰਨ ਨਹੀਂ ਲੰਘਦੇ ਅੱਗੋਂ ਦੀ, ਰੋਜ਼ ਲੰਘਦੇ ਨੇ। ਰਾਜਸਥਾਨ ਦੇ ਇਲਾਕੇ ਦੇ ਵਿੱਚ ਬਹੁਤ ਨੇ ਇਹ ਜਿਹੜੇ ਜਾਨਵਰ ਨੇ, ਤੇ ਕਹਿੰਦੇ ਇਹ ਜਿਹੜੇ ਤੈਨੂੰ ਗਿਣਤੀ ਦੇ ਦਿਨ ਮਿਲੇ ਸੀ ਨਾ, ਇਹ ਇਸ ਤਰ੍ਹਾਂ ਲੰਘ ਗਏ ਤੇਰੇ ਅੱਗੋਂ ਦੀ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਬੰਦਿਆ ਤੇਰੇ ਕੋਲੇ ਦਿਨ ਥੋੜੇ ਹੀ ਨੇ, ਬਹੁਤੇ ਨਹੀਂ ਹੈਗੇ, ਗਿਣਤੀ ਦੇ ਨੇ। ਸਵਾਸ ਵੀ ਗਿਣਤੀ ਦੇ, ਦਿਨ ਵੀ ਗਿਣਤੀ ਦੇ। ਤੇ ਕਹਿੰਦੇ ਇੱਥੇ ਬਹੁਤਾ ਮਾਣ ਜਾਂ ਨਾ ਕਰ, ਬਹੁਤਾ ਹੰਕਾਰ ਜਾਂ ਨਾ ਕਰ, ਨਿਮਰਤਾ ਦਾ ਧਾਰਨੀ ਬਣ ਜਾ, ਗੁਰੂ ਦੇ ਚਰਨਾਂ ਨਾਲ ਜੁੜ ਜਾ। ਇਹ ਤਾਂ ਛਾੜ ਛਾੜ ਸਗਲੀ ਗਈ ਮੂੜ ਤਹਾਂ ਲਪਟਾਹੇ, ਇਹ ਤਾਂ ਛੱਡ ਦੁਨੀਆ ਤੁਰੀ ਜਾਂਦੀ ਆ। ਅਗਿਆਨੀਆਂ ਤੂੰ ਵੀ ਇੱਥੇ ਲਿਪਟ ਗਿਆ, ਇਹਦੇ ਵਿੱਚ ਹੀ ਨਿਕਲਣ ਦੀ ਕੋਸ਼ਿਸ਼ ਕਰ, ਭਵ ਸਾਗਰ ਦੇ ਵਿੱਚ ਚਿੱਕੜ ਦੇ ਵਿੱਚ ਡੁੱਬਣਾ ਨਾ ਕਰ। ਤਾਂ ਸਾਧ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਜੀ, ਭਗਤ ਕਬੀਰ ਜੀ ਆਪਣੇ ਬਚਨਾਂ ਵਿੱਚੋਂ ਕਹਿੰਦੇ, ਕਾਨੂੰ ਕਰਦਾ ਮਨਾ ਓਏ ਮਨ ਮਾਨੀਆਂ, ਇੱਥੇ ਮੇਲਾ ਚਾਰ ਰੋਜ਼ ਦਾ। ਕਾਨੂੰ ਕਰਦਾ ਓਏ ਮਨਾ ਮਨ ਮਾਨੀਆਂ, ਇੱਥੇ ਮੇਲਾ ਚਾਰ ਰੋਜ਼ ਦਾ। ਕਰਦਾ ਓਏ ਮਨਾ ਮਨ ਮਾਨੀਆਂ, ਇੱਥੇ ਮੇਲਾ ਚਾਰ ਰੋਜ਼ ਦਾ। ਕਾਨੂੰ ਕਰਦਾ ਓਏ ਮਨਾ ਮਨ ਮਾਨੀਆਂ, ਇੱਥੇ ਮੇਲਾ ਚਾਰ ਰੋਜ਼ ਦਾ। ਕਰਦਾ ਓਏ ਮਨਾ ਮਨ ਮਾਨੀਆਂ, ਇੱਥੇ ਮੇਲਾ ਚਾਰ ਰੋਜ਼ ਦਾ। ਕਾਨੂੰ ਕਰਦਾ ਓਏ ਮਨਾ ਮਨ ਮਾਨੀਆਂ, ਇੱਥੇ ਮੇਲਾ ਚਾਰ ਰੋਜ਼ ਦਾ। ਕਾਨੂੰ ਕਰਦਾ ਮਨਾ ਮਨ ਮਾਨੀਆਂ, ਮਨਾ ਓਏ ਮਨ ਮਾਨੀਆਂ, ਇੱਥੇ ਮੇਲਾ ਚਾਰ ਰੋਜ਼ ਦਾ। ਕਾਨੂੰ ਕਰਦਾ ਓ ਮਨਾ ਮਨ ਮਾਨੀਆਂ, ਇੱਥੇ ਮੇਲਾ ਚਾਰ ਰੋਜ਼ ਦਾ। ਕਰਦਾ ਓਏ ਮਨਾ ਮਨ ਮਾਨੀਆਂ, ਇੱਥੇ ਮੇਲਾ ਚਾਰ ਰੋਜ਼ ਦਾ। ਕਾਨੂੰ ਕਰਦਾ ਓਏ ਮਨਾ ਮਨ ਮਾਨੀਆਂ, ਇੱਥੇ ਮੇਲਾ ਚਾਰ ਰੋਜ਼ ਦਾ। ਕਾਨੂੰ ਕਰਦਾ ਓਏ ਮਨਾ ਮਨ ਮਾਨੀਆਂ, ਇੱਥੇ ਮੇਲਾ ਚਾਰ ਰੋਜ਼ ਦਾ। ਕਾਨੂੰ ਕਰਦਾ ਓਏ ਮਨਾ ਮਨ ਮਾਨੀਆਂ, ਇੱਥੇ ਮੇਲਾ ਚਾਰ ਰੋਜ਼ ਦਾ। ਇੱਥੇ ਮੇਲਾ ਜੀ ਚਾਰ ਰੋਜ਼ ਦਾ, ਇੱਥੇ ਮੇਲਾ ਓ ਚਾਰ ਰੋਜ਼ ਦਾ। ਇੱਥੇ ਮੇਲਾ ਜੀ ਚਾਰ ਰੋਜ਼ ਦਾ, ਇੱਥੇ ਮੇਲਾ ਚਾਰ ਰੋਜ਼ ਦਾ। ਇੱਥੇ ਮੇਲਾ ਜੀ ਚਾਰ ਰੋਜ਼ ਦਾ, ਇੱਥੇ ਮੇਲਾ ਜੀ ਚਾਰ ਰੋਜ਼ ਦਾ। ਇੱਥੇ ਮੇਲਾ ਜੀ ਤੇਰਾ ਚਾਰ ਰੋਜ਼ ਦਾ, ਇੱਥੇ ਮੇਲਾ ਜੀ ਚਾਰ ਦਿਨਾਂ ਦਾ। ਇੱਥੇ ਮੇਲਾ ਜੀ ਚਾਰ ਰੋਜ਼ ਦਾ, ਇੱਥੇ ਮੇਲਾ ਜੀ ਚਾਰ ਦਿਨਾਂ ਦਾ। ਇੱਥੇ ਮੇਲਾ ਜੀ ਚਾਰ ਰੋਜ਼ ਦਾ, ਇੱਥੇ ਮੇਲਾ ਜੀ ਚਾਰ ਦਿਨਾਂ ਦਾ। ਕਾਨੂੰ ਕਰਦਾ ਓ ਮਨਾ ਮਨ ਮਨਾ ਓਏ ਮਨ ਮਾਨੀਆਂ, ਇੱਥੇ ਮੇਲਾ ਚਾਰ ਰੋਜ਼ ਦਾ। ਕਾਨੂੰ ਕਰਦਾ ਓ ਮਨਾ ਮਨ ਮਾਨੀਆਂ, ਇੱਥੇ ਮੇਲਾ ਚਾਰ ਰੋਜ਼ ਦਾ। ਕਰਦਾ ਓਏ ਮਨਾ ਮਨ ਮਾਨੀਆਂ, ਇੱਥੇ ਮੇਲਾ ਚਾਰ ਰੋਜ਼ ਦਾ। ਕਾਨੂੰ ਕਰਦਾ ਓਏ ਮਨਾ ਮਨ ਮਾਨੀਆਂ, ਇੱਥੇ ਮੇਲਾ ਚਾਰ ਦਿਨਾਂ ਦਾ। ਕਰਦਾ ਓਏ ਮਨਾ ਮਨ ਮਾਨੀਆਂ, ਇੱਥੇ ਮੇਲਾ ਚਾਰ ਰੋਜ਼ ਦਾ। ਕਾਨੂੰ ਕਰਦਾ ਓਏ ਮਨਾ ਮਨ
ਨੀਚੀਐ ऊंचा देखन वास आज काल पोए लेटना ऊपर जामै घास वीर माटी के हम पूतरे मानस राख्यो 4 दिवस के पाहो ने बड़ बड़ रूंदे ठाओ कबीर एहो तन जाएगा सको तले हो बहोर नांगे पावों ते गए जिनके लाख करोड़ सतगुरु जी कहते अमीर होना माड़ी गल नहीं, अमीर होना बहुत चंगी गल है, क्योंकि जे हत्थ 'च 2 पैसे ने तो दान भी कर सकांगे, पुन्न भी कर सकांगे, किसी गरीब गरूबे की लोड़वंद की हैल्प भी कर सकांगे, बड़ी चंगी गल है। पर कहते अमीरियां पा के किते माण करना, हंकार करना, ये बहुत माड़ी गल है। निमरता विच रहना, सतगुरां ने किड्डा सोहना सलोक लिखिया सुखमणी साहब दा, सुखी बसै मसकीनियां हिरदे दी गरीबी वाला, निमरता दा धारनी हमेशा सुखी वसदा। गुरु अर्जन देव साहब जी कहते सुखी बसै मसकीनियां आप निवार तले, आपे भाव दा हंकार दा साध संगत जिहड़ा हैगा विनाश कर देना, इहदे तो बच जाना, आपे भाव नूं मार लेना, मैं इहनूं मार देना, आप निवार तले। नहीं तो महाराज कहते बड़े बड़े अहंकारीआ नानक गर्भ गले, बड़े बड़े हंकारी जिहड़े पुरुष सी संसार ते आए ते अपनी मैं करके मुड़ गए, ते बस कहते पिछे कुछ भी नहीं बचिया। मेरी मेरी कैरों करते दुर्योधन से भाई, 12 योजन छात्र चला था देही गिरज न खाई, सर्ब सोयन की लंका होती रावण से अधकाई, कहाँ भयो दर बांधे हाथी खिनमै भई पराई। इस करके कदे माण नहीं करना, जिन्ना हो सके गुरु की बाणी नाल जुड़ीए, साध संगत निमरता दे पुंज बणीए। किसे डिग्गे नूं बांह फड़ के उठाउणा ये शुभ गुण ने, उत्तम गुण ने अपनी जिंदगी दे। जिहड़ा भी सेवा का मौका मिल जाए, भावें असीं ऑफिसर हाँ, भावें असीं खेती करन वाले हाँ, भावें कोई बिजनेसमैन है, भावें कोई अहुदेदार है, जदों सेवा का मौका मिल जाए ना, ये मौका हत्थों नहीं जाण देना चाहिए। सेवादार बन के सेवा करिए, हंकार नाल नहीं, माण नाल नहीं। पर बहुत थोड़े सेवादार दुनिया ते मिले। पिछों इतिहास पढ़ लो, अज वेख लो, जदों कोई अहुदा हत्थ लगदा है तां समाज बारे, समाज नूं अपना परिवार बना के कलगीधर पातशाह की तरह महाराज जी कहते सुखी बसै मोरो परिवारा, सेवक सिख सभै करतारा। सतगुरु जी कहते सारा मेरा परिवार है, अकाल पुरख परमेश्वर सारे सुखी बसन। पर अज जदों संसार ते निगाह मारदे, पिछला इतिहास पढ़दे, अज वेख लो जिहदे हत्थ विच ताकत आ गई, जिहदे हत्थ विच सत्ता आ गई, वो अपने परिवार नूं तां सुखी बचाउणा चाहुंदा है, बसाउणा चाहुंदा है, वेखणा चाहुंदा है, पर जनता दा भावें घाण हो जावे, मलिया मेट हो जावे, उहदी कोई परवाह नहीं। इस करके सानूं वो नहीं दस्सिया महाराज ने। सतगुरु महाराज जी का हुक्म की है, नानक नाम चढ़दी कला तेरे भाणे, सरबत दा भला, कला अपना भला नहीं, कला अपने मकान बना लेने इन्ना काफ़ी नहीं है। वो चंगी गल है बनाउणा, पर दूजे का भी जिहड़ा ख्याल रखना ये मनुख के हिस्से आया है। सो इस करके साध संगत गुरु तेग बहादुर महाराज जी कहन लगे, साधो रचना राम बनाई, एक बिनसै एक आस्थर मन है, अचरज लखियो ना जाई। एक तो सवास शरीर विचों पूरे हो गए, तो एक जिहड़ा हैगा अपने आप नूं मन्नी बैठा भी शायद मैं तो मरना ही नहीं कदे। एक बेनती करदे पानी वाले मेरे पुत्र नूं, बेटा अंदर तो ना ही पानी पाया करो, बाहर बाहर पियाओ, क्योंकि अंदर AC लगे ने। आपां जिमीदार लोग हाँ, काम धंधे करने वाले, इन्नी किन्नी क प्यास लगती है, आपां एक सुभाਅ जिहा बनाया होया, होर कुछ नहीं है। सो इस करके जे कोई ढिल मस हुंदी है, किसी नूं बार बार प्यास लगती है, वो आराम नाल संगत विचों उठ के जाके छक आवे, दुबारे आके बैठ जाओ, क्योंकि इहदा कारण हुंदा मेरे कोले समा नहीं हैगा। तुसीं मैसेज देना है सारे पिंडां दे विच,
ਆਪਾਂ ਗੁਰੂ ਦੇ ਦਰਬਾਰ ਵਿੱਚ ਇੱਕ ਪ੍ਰਸ਼ਾਦ ਲੈ ਸਕਦੇ ਹਾਂ। ਉਹ ਵੀ ਹੁਣ ਪ੍ਰਸ਼ਾਦ ਘਰ ਬਣ ਕੇ ਬਾਹਰ ਗੁਰੂ ਦੇ ਦਰਬਾਰ ਵਿੱਚ ਇੱਕ ਪ੍ਰਸ਼ਾਦ ਲੈ ਸਕਦੇ ਹਾਂ। ਜਦੋਂ ਆਪਾਂ ਜਲ ਛਕ ਲਿਆ ਨਾ, ਇੱਕ ਤਾਂ ਜੂਠਾ ਬਰਤਨ ਹੋ ਗਿਆ ਅੰਦਰ, ਉਹ ਬੋਤਲ ਹੈ ਭਾਵੇਂ ਗਲਾਸ ਹੈ, ਇੱਕ ਗੱਲ। ਦੂਜੀ ਗੱਲ, ਸਾਡੇ ਹੱਥ ਜੂਠੇ ਹੋ ਗਏ। ਜੂਠੇ ਹੱਥਾਂ ਤੇ ਫਿਰ ਅਸੀਂ ਪ੍ਰਸ਼ਾਦ ਲਵਾਂਗੇ, ਗੁਰੂ ਜੀ ਦਾ ਪਵਿੱਤਰ ਪ੍ਰਸ਼ਾਦ ਹੱਥਾਂ ਤੇ ਲਵਾਂਗੇ। ਤੇ ਫਿਰ ਉਹ ਤੋਂ ਅਗਲੀ ਗੱਲ, ਜਦੋਂ ਪਾਣੀ ਵਾਲਾ ਵੇਟਰ ਆਉਂਦਾ ਹੈ, ਉਹ ਜਿਹੜਾ ਹੈਗਾ ਨਾ, ਉਹ ਸਾਰੀ ਸੰਗਤ ਵਿੱਚ ਫਿਰਦਾ ਹੈ। ਪਤਾ ਨਹੀਂ ਕਿਹੜਾ ਜਗਿਆਸੂ ਕਿਸੇ ਦੁੱਖ ਦੀ ਘੜੀ ਵਿੱਚ ਜਾਂ ਕਿਵੇਂ ਉਹਦੀ ਸੁਰਤ ਟਿਕ ਗਈ, ਕਿਤੇ ਸੁਰਤ ਟਿਕ ਗਈ, ਜੁੜ ਗਈ ਵੀ ਉਹਨੂੰ ਚੰਗਾ ਲੱਗ ਰਿਹਾ ਹੈ। ਤੇ ਜਦੋਂ ਉਹਦੇ ਸਰੀਰ ਨਾਲ ਸਰੀਰ ਅਟੈਚ ਹੋ ਗਿਆ, ਉਸੇ ਵੇਲੇ ਉਹਦਾ ਧਿਆਨ ਹੱਲੇਗਾ, ਉਹਦਾ ਆਨੰਦ ਵਿਖਰ ਜਾਵੇਗਾ। ਪਹਿਲਾਂ ਉਹ ਜਲ ਛਕਾਉਣ ਵਾਸਤੇ ਆਵੇਗਾ, ਫਿਰ ਉਹ ਖਾਲੀ ਬੋਤਲਾਂ ਚੱਕਣ ਵਾਸਤੇ ਆਵੇਗਾ। ਭਾਵ ਉਹ ਸਾਰਾ ਜਿਹੜਾ ਰੰਗ ਹੁੰਦਾ ਨਾ, ਰੰਗ ਬੰਨਣਾ ਹੁੰਦਾ ਇੱਕ, ਉਹ ਖਤਮ ਹੋ ਜਾਂਦਾ ਹੈ। ਇਸ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਆਪਾਂ ਸਮਝਣਾ, ਆਪਣੇ ਫਰਜ਼ ਨੂੰ ਸਮਝਣਾ। ਆਪਾਂ ਗੁਰੂ ਦੀ ਦਿੱਤੀ ਮਰਜ਼ਾਦਾ ਨੂੰ ਹੋਰ ਜ਼ਿਆਦਾ ਪ੍ਰਫੁੱਲਤ ਕਰਨਾ, ਵਿਗਾੜਨਾ ਨਹੀਂ ਹੈ, ਵਿਗਾੜਨਾ ਬਿਲਕੁਲ ਨਹੀਂ। ਸੋ ਇਸ ਕਰਕੇ ਇਹ ਆਪਾਂ ਸਾਰੇ ਪੜ੍ਹੇ ਲਿਖੇ ਤੁਸੀਂ ਸੱਜਣ ਹੋ, ਇਹਨੂੰ ਧਿਆਨ ਦੇ ਨਾਲ ਆਪਣੇ ਆਪਣੇ ਨਗਰਾਂ ਵਿੱਚ ਇਸੇ ਤਰ੍ਹਾਂ ਕਰਨਾ। ਭਾਈ ਬਾਹਰੋਂ ਜਲ ਛਕ ਕੇ ਆਓ, ਪਿਆਸ ਲੱਗੀ ਹੈ ਤਾਂ ਉੱਠ ਕੇ ਛਕ ਆਓ। ਇਹ ਆਪਾਂ ਅੰਦਰ ਨਹੀਂ ਵਰਤਾ ਸਕਦੇ। ਮੇਰੀ ਬੇਨਤੀ ਨੂੰ ਹੁਕਮ ਨਹੀਂ ਮੇਰਾ ਹੈਗਾ, ਮੈਂ ਤੁਹਾਡਾ ਸੇਵਾਦਾਰ ਹਾਂ। ਹਾਂ, ਜੋ ਗੁਰੂ ਨੇ ਸਾਨੂੰ ਦੱਸਿਆ ਉਹ ਮੈਂ ਤੁਹਾਨੂੰ ਦੱਸਣਾ ਮੇਰਾ ਫਰਜ਼ ਹੈ। ਤਾਂ ਰਹੋ ਵਿਚਾਰ, ਕਿਉਂਕਿ ਆਪਾਂ ਨਰਮੇ ਗੁੱਡਣ ਵਾਲੇ ਲੋਕ ਆ। ਮੈਂ ਤੁਹਾਡਾ ਭਰਾ, ਮੈਂ ਖੇਤੀ ਕਰਨ ਵਾਲਾ ਬੰਦਾ, ਆਪਣੇ ਘਰੇ ਰਹਿਣਾ, ਇਸ ਕਰਕੇ ਮੈਂ ਪਰਿਵਾਰਕ ਗੱਲਾਂ ਕਰਦਾ ਹੁੰਦਾ ਬੈਠ ਕੇ। ਕਿਉਂ? ਜੇ ਇੱਥੋਂ ਕਹਿਣਾ ਹੋਵੇ ਨਾ ਮਿੱਠੀਆਂ ਗੋਲੀਆਂ, ਬਈ ਜੀ ਬੜੇ ਨਾਮ ਜਪੋ ਜੀ, ਬਾਣੀ ਪੜ੍ਹੋ ਜੀ, ਇਹ ਤਾਂ ਇਸ ਤਰ੍ਹਾਂ ਕਰੋ ਜੀ, ਇਸ ਤਰ੍ਹਾਂ ਮਿੱਠੀਆਂ ਗੋਲੀਆਂ, ਪਰ ਉਹ ਮੈਨੂੰ ਨਹੀਂ ਸਿਖਾਇਆ ਗੁਰੂ ਜੀ ਨੇ। ਬੇਰੀ ਨੂੰ ਲੱਗੇ ਨੇ ਮਿੱਠੇ ਬੇਰ, ਤੇ ਥੱਲੇ ਖੜੇ ਆਖੀ ਜਾਓ ਬੜੇ ਮਿੱਠੇ ਨੇ, ਬੜੇ ਵਧੀਆ ਨੇ, ਉੱਤੇ ਝਾਕੀ ਜਾਓ, ਉਹਨੂੰ ਹਲੂਣਾ ਨਾ ਦਿਓ। ਜੇ ਹਲੂਣਾ ਨਹੀਂ ਦੇਵਾਂਗੇ, ਮਿੱਠੇ ਬੇਰ ਝੋਲੀ ਨਹੀਂ ਪੈਣਗੇ। ਗੁਰੂ ਦੀ ਹਜ਼ੂਰੀ ਵਿੱਚ ਕਈ ਵਾਰੀ ਬੰਦਾ ਮਾਇਕੀ ਪਦਾਰਥਾਂ ਵਿੱਚ, ਸੰਸਾਰੀ ਪਦਾਰਥਾਂ ਵਿੱਚ ਇੰਨਾ ਜਕੜ ਜਾਂਦਾ ਹੈ, ਉਹ ਗੁਰੂ ਨੂੰ ਵਿਸਾਰ ਦਿੰਦਾ ਹੈ। ਇਸ ਕਰਕੇ ਇਹ ਹਲੂਣੇ ਵਾਲੀਆਂ ਜਿਹੜੀਆਂ ਬਾਤਾਂ ਮੈਂ ਉਹ ਸਾਂਝੀਆਂ ਕਰਦਾ ਹੁੰਦਾ ਸੰਗਤਾਂ ਦੇ ਨਾਲ, ਤਾਂ ਕਿ ਕੋਈ ਜਾਗੇ। ਜਾਗਣ ਦਾ ਵੇਲਾ ਹੈ। ਮਹਾਰਾਜ ਜੀ ਕਹਿੰਦੇ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਇਹ ਤਾਂ ਤੁਰ ਜਾਣਾ ਸਰੀਰ ਨੇ ਇੱਕ ਦਿਨ, ਇਹਦੇ ਨਾਲ ਸੋਹਣਾ ਕਰਮ ਕਰ ਲੈ, ਬੰਦਗੀ ਵਾਲੇ ਕਰਮ ਕਰ ਲੈ। ਇੱਕ ਬਿਨਸਾ ਇੱਕ ਅਸਥਰ ਮਨ ਹੈ, ਅਚਰਜ ਲਖਿਓ ਨਾ ਜਾਈ ਰਹਾਓ। ਕਿਉਂ ਇਹਨੇ ਜਿਹੜਾ ਹੈਗਾ ਉਹ ਰਚਨਾ ਨੂੰ ਨਹੀਂ ਸਮਝਿਆ? ਕਿਉਂ ਇਹ ਆਪਣੇ ਆਪ ਨੂੰ ਇੱਥੋਂ ਦਾ ਪੱਕਾ ਮਹਿਮਾਨ ਮੰਨੀ ਬੈਠਾ ਹੈ? ਉਹਦਾ ਕਾਰਨ ਦੱਸਦੇ ਨੇ ਰਹਾਓ ਵਾਲੀ ਪੰਕਤੀ ਤੋਂ ਬਾਅਦ। ਮਹਾਰਾਜ ਜੀ ਕਹਿੰਦੇ ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਕਹਿੰਦੇ ਇਹਨਾਂ ਭੈੜੀਆਂ ਆਦਤਾਂ ਵਿੱਚ ਡਿੱਗ ਗਿਆ ਇਹ, ਗੁਰੂ ਨਾਲੋਂ ਟੁੱਟ ਕੇ ਇਹਦੇ ਬਸ ਪੈ ਗਿਆ। ਪ੍ਰਾਨੀ ਕਹੀਏ ਮਨੁੱਖ, ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਇਹਨਾਂ ਦੇ ਬਸ ਪੈ ਕੇ ਵੱਡੀ ਮਿਸਟੇਕ ਕਰ ਗਿਆ ਆਪਣੀ ਲਾਈਫ ਦੀ। ਹਰ ਮੂਰਤ ਬਿਸਰਾਈ, ਇਹਨੇ ਹਰੀ ਨੂੰ ਦਿਲੋਂ ਭੁਲਾ ਦਿੱਤਾ। ਵਿੱਚੋਂ ਗਰਭੈ ਨਿਕਲ ਆਇਆ, ਖਾਸਮ ਵਿਸਾਰ ਦੁਨੀ ਚਿੱਤ ਲਾਇਆ। ਸਪਸ਼ਟ ਲਿਖਿਆ ਪਿਆ ਪਾਤਸ਼ਾਹ ਨੇ, ਕਹਿੰਦੇ ਭੁੱਲ ਗਿਆ ਬੰਦਾ, ਭੁੱਲ ਗਿਆ। ਜਦੋਂ ਇਹਦੇ ਅੰਦਰੋਂ ਗੁਰੂ ਦਾ ਪਿਆਰ ਤੇ ਡਰ ਨਿਕਲ ਜਾਵੇ, ਫਿਰ ਤਾਂ ਮਹਾਰਾਜ ਜੀ ਕਹਿੰਦੇ ਬੜੀ ਸੁਭਾਵਿਕ ਜੀ ਗੱਲ ਹੈ। ਭੁੱਲ ਜਾਂਦਾ ਗੁਰਾਂ ਨੂੰ ਮਾਨ, 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 ਭੁੱਲ ਜਾਂਦਾ। ਹਾਂ, ਭੁੱਲ ਜਾਂਦਾ ਗੁਰਾਂ ਨੂੰ ਮਾਨ, 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 ਭੁੱਲ ਜਾਂਦਾ। ਫਿਰ ਤਾਂ ਕੁਝ ਕੁ ਚੀਜ਼ਾਂ ਚੇਤੇ ਰਹਿ ਜਾਂਦੀਆਂ ਨੇ, ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਆ ਲਿਖੇ ਪਏ ਨੇ ਮਹਾਰਾਜ ਨੇ ਬਚਨ। ਇਸ ਤਰ੍ਹਾਂ ਦਾ ਕਹਿੰਦੇ ਬੰਦੇ ਦਾ ਜੀਵਨ ਹੋ ਜਾਂਦਾ ਹੈ। ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਹਰ ਮੂਰਤ ਵਿਸਰਾਈ, ਝੂਠਾ ਤਨ ਸਾਚਾ ਕਰ ਮਾਨਿਓ। ਝੂਠੇ ਸਰੀਰ ਨੂੰ ਸੱਚ ਮੰਨ ਕੇ ਬੈਠ ਗਿਆ। ਜਿਉਂ ਸੁਪਨਾ ਰਹਿਣ ਆਈ, ਜਿਵੇਂ ਰਾਤ ਦੇ ਸੁਪਨੇ ਨੇ ਕੋਈ ਸੱਚ ਮੰਨੀ ਜਾਵੇ, ਉਹਨੂੰ ਕਿੰਨਾ ਕੁ ਸਿਆਣਾ ਮੰਨਾਂਗੇ। ਸੁਪਨੇ ਵਿੱਚ ਜੋ ਕੁਝ ਵੇਖਿਆ ਕਦੇ ਹੱਥ ਵਿੱਚ ਆਇਆ?
ਕਦੇ ਪ੍ਰੈਕਟੀਕਲ ਹੋਇਆ ਨਹੀਂ, ਬਸ ਉਵੇਂ ਹੀ ਆ। ਮਹਾਰਾਜ ਕਹਿੰਦੇ ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ। ਇੱਕੋ ਹੀ ਗੱਲ ਹੈ, ਰਾਤ ਦਾ ਸੁਪਨਾ ਤੇ ਆ ਜੀਵਨ ਇੱਕੋ ਹੀ ਗੱਲ ਹੈ। ਉਧਰ ਰਾਤ ਨੂੰ ਸੁਪਨੇ 'ਚ ਚਿੱਤ ਲੱਗੇ ਹੈ, ਇੱਥੇ ਦਿਨ ਦੇ ਵਿੱਚ ਵੀ ਸੁਪਨੇ ਵਿੱਚ ਚਿੱਤ ਲਾਈ ਫਿਰਦਾ ਹੈ। ਸੱਚ ਮੰਨੀ ਬੈਠਾ ਸਾਰੇ ਕਾਸੇ ਨੂੰ। ਝੂਠਾ ਤਨ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਹੇ ਨੇ, ਦਾਸ ਨਹੀਂ ਕਹਿ ਰਿਹਾ। ਗੁਰੂ ਜੀ ਦੀ ਬਾਣੀ ਆਪਾਂ ਵਿਚਾਰ ਰਹੇ ਹਾਂ। ਝੂਠਾ ਤਨ ਸਾਚਾ ਕਰ ਮਾਨਿਓ, ਜਿਉਂ ਸੁਪਨਾ ਰਹਿ ਨਾਈ। ਕਹਿੰਦੇ ਇਹਨੂੰ ਇਹ ਨਹੀਂ ਪਤਾ ਜੋ ਦਿਸੈ ਸੋ ਸਗਲ ਵਿਨਾਸੈ। ਜੋ ਕੁਝ ਦਿਸ ਰਿਹਾ ਸੰਸਾਰ ਵਿੱਚ, ਦ੍ਰਿਸ਼ਟਮਾਨ ਹੈ ਸਗਲ ਮਿਥੇਨਾ। ਜੋ ਦਿਸੈ ਸੋ ਸਗਲ ਵਿਨਾਸੈ, ਜਿਉਂ ਬਾਦਰ ਕੀ ਛਾਈ। ਜਿਵੇਂ ਬੱਦਲ ਦੀ ਛਾਂ ਬਹੁਤਾ ਚਿਰ ਨਹੀਂ ਰਹਿੰਦੀ, ਇਸੇ ਤਰ੍ਹਾਂ ਆਪਣੇ ਹੱਥਾਂ ਵਿੱਚ ਰੰਗਲੇ ਸੱਜਣ, ਕਿਸੇ ਦਾ ਧੀ, ਕਿਸੇ ਦਾ ਪੁੱਤ, ਕਿਸੇ ਦਾ ਪਤੀ, ਕਿਸੇ ਦੀ ਪਤਨੀ, ਕਿਸੇ ਦਾ ਭੈਣ, ਕਿਸੇ ਦੇ ਭਰਾ ਤੇ ਕਿਸੇ ਦੇ ਗੁਰਮੁਖੋ ਮਾਤਾ, ਕਿਸੇ ਦੇ ਪਿਤਾ, ਪਤਾ ਨਹੀਂ ਕਿਹੜੇ ਕਿਹੜੇ ਰਿਸ਼ਤੇਦਾਰੀਆਂ ਦੇ ਵਿੱਚੋਂ ਕਿਹੜੇ ਕਿਹੜੇ ਆਪਣੇ ਸਾਧ ਸੰਗਤ ਉਹ ਪਿਆਰ ਕਰਨ ਵਾਲੇ ਸਾਡੇ ਕੋਲੋਂ ਦੂਰ ਚਲੇ ਗਏ। ਉੱਥੇ ਚਲੇ ਗਏ ਜਿੱਥੇ ਸਾਧ ਸੰਗਤ ਨਾ ਕੋਈ ਐਡਰੈਸ, ਨਾ ਕੋਈ ਆਵਾਜ਼ ਤੇ ਨਾ ਕੋਈ ਟੈਲੀਫੋਨ ਵਗੈਰਾ, ਕੁਛ ਨਹੀਂ ਹੈ। ਠੰਡੇ ਹੌਂਕੇ ਨੇ, ਕੋਈ ਥੋੜੇ ਲੈ ਲਓ ਬਹੁਤੇ ਲੈ ਲਓ। ਮਹਾਰਾਜ ਕਹਿੰਦੇ ਜੋ ਦਿਸੈ ਸੋ ਸਗਲ ਵਿਨਾਸੈ, ਜਿਉਂ ਬਾਦਰ ਕੀ ਛਾਈ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸ਼ਰਨਾਈ। ਇੱਥੇ ਸਦਾ ਰਹਿਣ ਵਾਲੀ ਵਾਹਿਗੁਰੂ ਦੀ ਸ਼ਰਨ ਹੈ। ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇ। ਵਾਹਿਗੁਰੂ ਦੇ ਰੰਗਾਂ ਦਾ ਪਤਾ ਨਹੀਂ ਹੈ। ਸਾਧ ਸੰਗਤ ਹਰ ਕੀ ਗਤ ਨਹਿ ਕੋਊ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰਬੋ ਲੋਗ ਸਿਆਣੇ। ਅੱਜ ਆਪਾਂ ਬੈਠੇ ਹਾਂ ਸੰਧੂ ਪਰਿਵਾਰ ਦੇ ਵਿੱਚ। ਚੇਅਰਮੈਨ ਸਾਹਿਬ